प्रोफैसर ਦੀ ਯੋਗਤਾ ਰੱਖਣ ਵਾਲੇ ਬੰਦੇ 12452 ਉਹ ਬੰਦੇ ਨੇ ਤੇ 12500 ਹੀ ਪਿੰਡ ਹੈ। ਫਿਰ ਇੱਕ ਪਿੰਡ 'ਚ ਇੱਕ ਪ੍ਰੋਫੈਸਰ ਉਤਰ ਜੂਗਾ ਤੇ ਫਿਰ ਜਿਹੜਾ ਹਾਲ ਸਿਆਸੀ ਬੰਦਿਆਂ ਦਾ ਹੋਣਾ ਉਹ ਕਿਸੇ ਤੋਂ ਗੁੱਝਾ ਨਹੀਂ। ਯੂਨੀਵਰਸਿਟੀਆਂ ਖੁਦ ਡਿਪਾਰਟਮੈਂਟ ਖਾਲੀ ਪਏ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਂ 45% ਸਟਾਫ ਹੈ ਤੇ ਇੱਥੇ ਵੀ ਇੰਨਾ ਕੀ ਹੈ ਪਟਿਆਲੇ ਵਾਲੀ 'ਚ। ਜ਼ਰੂਰੀ ਨਹੀਂ ਵੀ ਇਹ ਜਿਹੜੀਆਂ 3-4 ਪਾਰਟੀਆਂ ਡੋਮੀਨੇਟ ਕਰਨੀਆਂ ਇਹਨਾਂ ਪਾਰਟੀਆਂ ਦੀ ਹੀ ਸਪੋਰਟ ਕਰਨੀ ਹੈ। ਪਾਰਟੀਆਂ ਹੋਰ ਵੀ ਬਣ ਸਕਦੀਆਂ, ਪਾਰਟੀ ਹੋਰ ਵੀ ਬਣ ਸਕਦੀ ਹੈ। ਇਹ ਤਾਂ ਉਹਨੂੰ ਕਿਸਾਨਾਂ ਨੂੰ ਕਿਹੜਾ ਦਿੱਲੀੋਂ ਆ ਜਾਣ ਦਿਓ, ਉਦੋਂ ਬਾਅਦ 'ਚ ਗੱਲ ਕਰਾਂਗੇ। ਵੀ ਆ ਥੋੜ੍ਹੇ ਦਿਨ ਪਹਿਲਾਂ ਇੱਕ ਮੈਰੀਟੋਰੀਅਸ ਸਕੂਲ ਲੈਕਚਰਾਰ ਦਾ ਇੱਕ ਮੈਥਮੈਟਿਕਸ ਦਾ ਐਗਜ਼ਾਮ ਹੋਇਆ। ਉਹਦੇ ਵਿੱਚੋਂ 38 ਕੁਐਸਚਨ ਔਰ ਵਿਦ ਆਪਸ਼ਨਸ, ਚਾਰੇ ਦੀਆਂ ਚਾਰੇ ਵੀ ਆਪਸ਼ਨਾਂ ਉਹੀ ਚੱਕ ਕੇ ਇਸ ਪੇਪਰ ਦੇ ਵਿੱਚ ਪਾ ਦਿੱਤੀਆਂ ਗਈਆਂ। ਕਹਿ दो अंधेरों से कहीं और घर बना लें, मेरे मुल्क में रोशनी का सैलाब आने वाला है। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਦੋਸਤ ਪਰਮੀਤ ਸਿੰਘ। ਪੰਜਾਬ ਦੇ ਵਿੱਚ 25 ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਰੈਗੂਲਰ ਭਰਤੀ ਨਹੀਂ ਹੋਈ ਸੀ। 25 ਸਾਲਾਂ ਦੇ ਵਿੱਚ 3 ਵਾਰ ਤਾਂ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਤੇ 2 ਵਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਹੈ। ਪਰ ਇਹਨਾਂ ਸਰਕਾਰਾਂ ਦੇ ਵੱਲੋਂ ਸਰਕਾਰੀ ਕਾਲਜਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਤੇ ਜਦੋਂ ਹੁਣ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਕੇ ਮੁੱਖ ਮੰਤਰੀ ਚੰਨੀ ਨੂੰ ਬਣਾਇਆ ਜਾਂਦਾ ਤਾਂ ਉਸ ਸਮੇਂ ਪੰਜਾਬ ਦੇ ਵਿੱਚ ਇਹ ਮੰਗ ਉੱਠਦੀ ਹੈ ਕਿ 25 ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਰੈਗੂਲਰ ਭਰਤੀ ਨਹੀਂ ਹੋਈ। ਤਾਂ ਇਸ ਤੋਂ ਬਾਅਦ ਨਵੇਂ ਬਣੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਵੱਲੋਂ ਇਹ ਭਰਤੀ ਕਰਨ ਦੇ ਹੁਕਮ ਦਿੱਤੇ ਜਾਂਦੇ ਨੇ, ਜਿਸ ਤੋਂ ਬਾਅਦ 20, 21 ਤੇ 22 ਨਵੰਬਰ ਨੂੰ ਲਗਾਤਾਰ ਲੈਕਚਰਾਰ ਰੱਖਣ ਦੇ ਲਈ ਪੇਪਰ ਵੀ ਹੁੰਦਾ ਹੈ। ਪਰ ਇਹ ਪੇਪਰ ਇੰਨੇ ਲੋ ਲੈਵਲ ਦਾ ਹੁੰਦਾ ਹੈ ਕਿ ਇੱਕ +2 ਜਾਂ ਫਿਰ 10ਵੀਂ ਦਾ ਵਿਦਿਆਰਥੀ ਵੀ ਇਸ ਪੇਪਰ ਨੂੰ ਹੱਲ ਕਰ ਸਕਦਾ ਹੈ। ਤੇ ਇਸੇ ਪੇਪਰ ਤੇ ਜੋ ਸਵਾਲ ਖੜੇ ਹੋ ਰਹੇ ਨੇ ਉਸ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹੋਣਗੇ ਸਰਕਾਰੀ ਕਾਲਜ ਮੰਚ ਤੋਂ ਗੁਰਪ੍ਰੀਤ ਸਿੰਘ, ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਕਿ ਇੱਕ ਲੈਕਚਰਾਰ ਰੱਖਣ ਦੇ ਲਈ ਪੇਪਰ ਤਾਂ ਲਿਆ ਜਾ ਰਿਹਾ ਹੈ ਪਰ ਉਸ ਦੇ ਵਿੱਚ ਸਵਾਲ 10ਵੀਂ ਦੇ ਲੈਵਲ ਦੇ ਪੁੱਛੇ ਜਾ ਰਹੇ ਨੇ। ਜੀ ਤੁਹਾਡਾ ਆਰਐਮਬੀ ਟੈਲੀਵਿਜ਼ਨ ਤੇ ਸਵਾਗਤ ਹੈ। ਬਹੁਤ ਮਿਹਰਬਾਨੀ ਸਰ। ਸਾਡਾ ਪਹਿਲਾ ਸਵਾਲ ਇਹ ਹੈ ਕਿ ਰੱਖ ਤਾਂ ਇਹ ਲੈਕਚਰਾਰ ਰਹੇ ਨੇ ਪਰ ਸਵਾਲ ਪੁੱਛ ਰਹੇ ਨੇ ਇੱਕ ਮੈਟ੍ਰਿਕ ਲੈਵਲ ਦੇ। ਜੀ ਦੇਖੋ, ਪਿਛਲੇ ਕੁਝ ਮਹੀਨਿਆਂ ਦੇ ਜਿਹੜਾ ਹੈਗਾ ਸਰਕਾਰ ਦੇ ਸਖਤ ਆਲੋਚਨਾ ਸਮਾਜ ਨੇ ਕੀਤੀ। ਜੀ ਸਾਰੇ ਚੈਨਲਾਂ ਨੇ ਇਹ ਗੱਲ ਚੁੱਕੀ ਕਿ ਸਰਕਾਰੀ ਕਾਲਜ ਖਾਲੀ ਪਏ ਨੇ। ਜੀ ਔਰ ਜੇ ਕਿਤੇ ਉੱਥੇ ਕੋਈ ਪੜ੍ਹਾ ਰਿਹਾ ਹੈ ਤਾਂ ਗੈਸਟ ਫੈਕਲਟੀ ਜਾਂ ਪਾਰਟ ਟਾਈਮਰ ਜਾਂ ਕੋਈ ਹੋਰ ਜਿਹੜੀ ਜਿਹੜੇ ਰਿਸੋਰਸ ਪਰਸਨ ਹੈ ਉਹ ਰੱਖੇ ਹੋਏ ਨੇ। ਕਈਆਂ ਦੀ ਐਲੀਜੀਬਿਲਟੀ ਪੂਰੀ ਹੈ, ਕਈਆਂ ਦੀ ਨਹੀਂ ਹੈ। ਜੀ ਤਾਂ ਰੈਗੂਲਰ ਭਰਤੀ ਤਾਂ 1995 ਤੋਂ ਬਾਅਦ ਕੋਈ ਨਹੀਂ ਸੀ ਹੋਈ। ਤਾਂ ਉਹਦੀ ਮੰਗ ਬੜੀ ਜ਼ੋਰ ਫੜੀ। ਪ੍ਰਗਟ ਸਿੰਘ ਇੱਕ ਅੱਛੇ, ਮੈਂ ਸਮਝਦਾ ਵੀ ਉਹਨਾਂ ਨੇ ਛੇਤੀ ਸੁਣੀ ਡਿਮਾਂਡ ਔਰ ਉਹਨਾਂ ਨੇ ਕੋਠੀ ਬੁਲਾ ਕੇ ਵੀ ਗੱਲ ਕੀਤੀ ਔਰ ਚਿੰਤਾ ਵੀ ਜ਼ਾਹਿਰ ਕੀਤੀ ਕਿ 1873 ਪੋਸਟਾਂ ਜਿਹੜੀਆਂ ਸਰਕਾਰੀ ਕਾਲਜ 47 ਨੇ ਉਹਨਾਂ 'ਚ ਸਿਰਫ 347 ਪ੍ਰੋਫੈਸਰ ਕੰਮ ਕਰ ਰਹੇ ਨੇ। ਉਹਨਾਂ 'ਚੋਂ ਵੀ 32 ਚੰਡੀਗੜ੍ਹ ਡੈਪੂਟੇਸ਼ਨ 'ਤੇ ਨੇ। ਮਾੜਾ ਹਾਲ ਹੈ। ਉਹਨਾਂ ਨੇ ਇਹ ਗੱਲ ਮੰਨੀ। ਫਿਰ ਉਹਨਾਂ ਨੇ ਇਹ ਕਿਹਾ ਕਿ ਦੇਖੋ ਕੌਂਸਟੀਟੂਐਂਟ ਕਾਲਜ ਵੀ ਹੈਗੇ ਨੇ, ਰੀਜਨਲ ਸੈਂਟਰ ਵੀ ਨੇ, ਯੂਨੀਵਰਸਿਟੀ ਦੇ ਵਿੱਚ ਵੀ ਪੋਸਟਾਂ ਖਾਲੀ ਪਈਆਂ। ਪਰ ਇੱਕ ਵਾਰੀ ਫਾਈਨਾਂਸ ਮਿਨਿਸਟਰੀ ਕੋਲੋਂ ਸਾਨੂੰ 1158 ਪੋਸਟਾਂ ਦੀ ਜਿਹੜੀ ਹੈਗੀ ਮਨਜ਼ੂਰੀ ਮਿਲੀ ਹੈ। ਤਾਂ ਇਹ ਇੰਨੇ ਕੁ ਸਾਨੂੰ ਭਰਤੀ ਕਰਨ ਦਿਓ, ਅਸੀਂ ਫਿਰ ਕਰ ਲਾਂਗੇ। ਉਸ ਤੋਂ ਬਾਅਦ ਚਲੋ ਕਿਤੇ ਨਾ ਕਿਤੇ ਸਹਿਮਤੀ ਬਣੀ ਵੀ ਚਲੋ ਭਰਤੀ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਵੇ। ਨਾਲ ਦੀ ਨਾਲ ਜਿਹੜਾ ਹੈਗਾ ਤੁਹਾਡਾ ਨੋਟੀਫਿਕੇਸ਼ਨ ਆਇਆ, ਕਾਫੀ ਕਮੀਆਂ ਨੋਟੀਫਿਕੇਸ਼ਨ ਦੇ ਵਿੱਚ ਰਹੀਆਂ। ਜੀ ਫਿਰ ਉਹਦੇ 'ਚ ਚਲੋ ਸੋਧਾਂ ਹੋ ਗਈਆਂ। ਫਿਰ ਕਿਤੇ ਜਾ ਕੇ ਜਿਹੜਾ ਹੈਗਾ 15 ਕੁ ਦਿਨ ਮਿਲੇ ਐਗਜ਼ਾਮ ਦੀ ਤਿਆਰੀ ਵਾਸਤੇ। ਹਾਲਾਂਕਿ ਕਿਤੇ ਨਾ ਕਿਤੇ ਇਹ ਪਰੰਪਰਾ ਰਹੀ ਹੈ ਕਿ 90 ਦਿਨਾਂ ਦਾ ਸਮਾਂ ਜਿਹੜਾ ਹੈਗਾ ਦਿੱਤਾ ਜਾਂਦਾ ਹੈ, ਪਰ ਸਰਕਾਰ ਕੋਲੇ ਸਮਾਂ ਘੱਟ ਸੀ। ਪਹਿਲਾਂ ਇਹਨਾਂ ਨੂੰ ਯਾਦ ਨਹੀਂ ਆਇਆ, ਮੌਕੇ 'ਤੇ ਇਹਨਾਂ ਨੇ ਸਿਆਸੀ ਜਿਹੜਾ ਹੈ ਮਾਈਲੇਜ ਲੈਣ ਵਾਸਤੇ ਇਹ ਭਰਤੀ ਕਹਿੰਦੇ ਵੀ 45 ਦਿਨਾਂ 'ਚ ਅਸੀਂ ਪੂਰੀ ਕਰਦੇ ਹਾਂ। ਚਲੋ ਕੋਈ ਗੱਲ ਨਹੀਂ, ਛੇਤੀ ਕਰਨ ਜੀ, ਬਹੁਤ ਅੱਛੀ ਗੱਲ ਹੈ। ਫਿਰ ਜਦੋਂ ਕੁਐਸਚਨ ਆਪਣੇ ਐਗਜ਼ਾਮ ਦੇਣ ਜਾਂਦੇ ਨੇ ਕੈਂਡੀਡੇਟ, ਪਹਿਲੇ ਦਿਨ ਜਿਹੜਾ ਹੈਗਾ ਐਗਜ਼ਾਮ ਹੁੰਦਾ 20 ਤਰੀਕ ਨੂੰ ਕਈ ਸਬਜੈਕਟਾਂ ਦਾ, ਫਿਰ 21 ਨੂੰ, ਫਿਰ ਜਿਹੜਾ ਹੈਗਾ ਤੁਹਾਡਾ 22 ਨੂੰ। ਔਰ
ਦੋ ਯੂਨੀਵਰਸਿਟੀਆਂ ਨੂੰ ਜਿਹੜੀ ਹੈ ਭਰਤੀ ਦੀ ਜ਼ਿੰਮੇਵਾਰੀ ਇਹ ਦਿੱਤੀ ਜਾਂਦੀ ਹੈ ਵੰਡ ਕੇ ਵੀ ਇੰਨੇ ਸਬਜੈਕਟ GNDU ਅੰਮ੍ਰਿਤਸਰ ਨੇ ਭਰਤੀ ਕਰਨੇ ਨੇ ਔਰ ਇਹ ਬਾਕੀ ਜਿਹੜੇ ਹੈਗੇ ਆ 555 ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਪੇਪਰ ਕੰਡਕਟ ਕਰਾਉਣ ਦੀ ਜ਼ਿੰਮੇਵਾਰੀ ਇਹਨਾਂ ਯੂਨੀਵਰਸਿਟੀਆਂ ਨੂੰ ਦਿੱਤੀ ਜਾਂਦੀ ਹੈ। ਜੀ ਹੁਣ ਜਦੋਂ ਕੈਂਡੀਡੇਟ ਪੇਪਰ ਦੇ ਵਿੱਚ ਬੈਠੇ ਜਾ ਕੇ ਜੀ ਤਾਂ ਬੜੀ ਹੈਰਾਨੀ ਹੋਈ ਉਹਨਾਂ ਨੂੰ ਕਿ ਇੱਕ ਤਾਂ ਸਿਲੇਬਸ ਜਿਹੜਾ ਸੀਗਾ ਸਾਡੇ ਉਚੇਰੀ ਸਿੱਖਿਆ ਵਿਭਾਗ ਨੇ ਆਪ ਨੂੰ ਬਣਾਉਣ ਨੂੰ ਟਾਈਮ ਨਹੀਂ ਸੀਗਾ। ਜੀ UGC ਨੈਟ ਦਾ ਐਜ਼ ਇਟ ਇਜ਼ ਲਿਖਿਆ ਔਰ UGC ਨੈਟ ਦਾ ਹੀ ਡਾਊਨਲੋਡ ਕਰਕੇ ਔਰ ਆਪਣੀ ਇਹਦੀ ਵੈਬਸਾਈਟ ਤੇ ਪਾ ਦਿੱਤਾ ਗਿਆ ਕਿ ਇਹੀ ਸਿਲੇਬਸ ਹੈ, ਇਸ ਦੇ ਹਿਸਾਬ ਨਾਲ ਅਸੀਂ ਪੇਪਰ ਲਵਾਂਗੇ। ਜਦੋਂ ਪੇਪਰ ਵੱਲ ਨਿਗਾਹ ਮਾਰਦੇ ਹਾਂ ਤਾਂ ਪੇਪਰ ਇਹਨਾਂ ਦੇ ਐਡੇ ਸਬ ਸਟੈਂਡਰਡ ਨੇ ਕਿ UGC ਨੈਟ ਦਾ ਕੋਈ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਿਲੇਬਸ ਦੇ ਨਾਲ। ਜੇ ਆਪਾਂ ਗੱਲ ਕਰੀਏ ਪੇਪਰ ਦੀ ਨੇਚਰ ਦੀ ਤਾਂ ਮੈਥ ਦੀ ਆਪਾਂ ਮੈਥਮੈਟਿਕਸ ਦਾ ਪੇਪਰ ਹੋਇਆ, ਬੜੀ ਹੈਰਾਨੀ ਦੀ ਗੱਲ ਐਡੀ ਉਹਦੇ 'ਚ ਕੁਤਾਹੀ ਵਰਤੀ ਗਈ ਪੇਪਰ ਬਣਾਉਣ ਪੇਪਰ ਸੈਟਰ ਵੱਲੋਂ ਕਿ ਆ ਥੋੜ੍ਹੇ ਦਿਨ ਪਹਿਲਾਂ ਇੱਕ ਮੈਰੀਟੋਰੀਅਸ ਸਕੂਲ ਜਾਂ ਸਕੂਲ ਲੈਕਚਰਾਰ ਦਾ ਇੱਕ ਮੈਥਮੈਟਿਕਸ ਦਾ ਐਗਜ਼ਾਮ ਹੋਇਆ, ਉਹਦੇ ਵਿੱਚੋਂ 38 ਕੁਐਸਚਨ ਔਰ ਵਿਦ ਆਪਸ਼ਨਸ ਚਾਰੇ ਦੀਆਂ ਚਾਰੇ ਵੀ ਆਪਸ਼ਨਾਂ ਉਹੀ ਚੱਕ ਕੇ ਇਸ ਪੇਪਰ ਦੇ ਵਿੱਚ ਪਾ ਦਿੱਤੀਆਂ ਗਈਆਂ। ਪੇਪਰ ਪਾਉਣ ਦੇ ਵੇਲੇ ਕੋਈ ਵੀ ਕੰਮ ਨਹੀਂ ਕੀਤਾ ਗਿਆ, ਸਿਰਫ ਇੱਕ ਪੇਪਰ ਪਾਉਣ ਦਾ ਕੰਮ ਨਿਬੇੜਨ ਦੇ ਲਈ ਉਹਨਾਂ ਨੇ ਪੁਰਾਣੇ ਕੁਐਸਚਨ ਪੇਪਰ ਚੱਕ ਕੇ ਉਹਦੇ ਕੁਐਸਚਨ ਪਾ ਦਿੱਤੇ ਗਏ। ਬਿਲਕੁਲ, ਉਹ ਕਾਪੀ ਵੀ ਮੇਰੇ ਕੋਲੇ ਮੌਜੂਦ ਹੈ। ਉਹਨਾਂ ਨੇ ਮੈਥਮੈਟਿਕਸ ਵਾਲਿਆਂ ਨੇ ਮੈਨੂੰ ਕਿਹਾ, ਕਹਿੰਦੇ ਜੀ ਇਹ ਵੀ ਅੱਗੇ ਤੁਸੀਂ ਇਸ਼ੂ ਉਠਾਉਂਦੇ ਰਹੇ ਹੋ, ਤੁਹਾਡਾ ਸਬਜੈਕਟ ਬੇਸ਼ੱਕ ਹੋਰ ਹੈ ਪਰ ਇਹ ਬਹੁਤ ਵੱਡੀ ਗੱਲ ਹੈ। ਉਹਨਾਂ ਦੀ ਜਿਹੜੀ ਹੈਗੀ ਹੈ ਉਹਨਾਂ ਦਾ ਹੁਕਮ ਮੰਨਣਾ ਜੀ ਮੰਚ ਦਾ। ਤਾਂ ਇਹ ਮੈਂ ਤੁਹਾਡੀ ਕਚਹਿਰੀ 'ਚ ਲੈ ਕੇ ਆਇਆ ਕਿ ਜੇ ਪੇਪਰ ਸੈਟਰ ਨੂੰ ਇੰਨਾ ਸਮਾਂ ਨਹੀਂ ਸੀ ਪੇਪਰ ਬਣਾਉਣ ਵਾਸਤੇ ਤਾਂ ਉਹਨੂੰ ਇਹ ਜ਼ਿੰਮੇਵਾਰੀ ਲੈਣੀ ਨਹੀਂ ਚਾਹੀਦੀ ਸੀ ਔਰ ਵਿਭਾਗ ਨੂੰ ਇਹ ਚੀਜ਼ ਸਵੀਕਾਰ ਨਹੀਂ ਕਰਨੀ ਚਾਹੀਦੀ ਇੰਨੀ ਕੁਤਾਹੀ ਕਿ ਤੁਸੀਂ 1 ਮਹੀਨਾ ਪਹਿਲਾਂ ਪੇਪਰ ਲੈਂਦੇ ਹੋ, ਉਹਦੇ 'ਚ ਜਿਹੜੇ 38 ਕੁਐਸਚਨ ਆਉਂਦੇ ਨੇ ਉਹ ਜਿਹੜੇ ਇੱਕ ਮੈਥਮੈਟਿਕਸ ਦੇ ਸਟੂਡੈਂਟ ਉਹਨੂੰ ਔਖਾ ਪਾਰਟ ਗਿਣਦੇ ਨੇ, ਉਹ 38 ਦੇ 38 ਚੱਕ ਕੇ ਇਹਦੇ 'ਚ ਪਾਤੇ। ਉਹ ਜਿਹੜੇ ਪਹਿਲਾਂ ਸਿਲੈਕਟ ਲੈਕਚਰਾਰ ਹੋਏ ਸੀਗੇ ਉਹਨਾਂ ਦੇ ਉਹ ਪਤਾ ਸੀ, ਉਹਨਾਂ ਨੂੰ ਸਭ ਨੂੰ ਯਾਦ ਸੀ। ਉਹਨਾਂ ਨੇ ਆਉਂਦਿਆਂ ਸਾਰ ਬਸ ਡੱਬੇ ਹੀ ਕਾਲੇ ਕੀਤੇ, ਉਹਨਾਂ ਨੂੰ ਪੂਰਾ ਪੜ੍ਹਨਾ ਹੀ ਨਹੀਂ ਪਿਆ। ਜਿਨ੍ਹਾਂ ਨੇ ਲੰਬੇ ਸਮੇਂ ਤੋਂ ਤਿਆਰੀ ਕੀਤੀ ਸੀ, ਜਿਨ੍ਹਾਂ ਦਾ ਐਕਸਪੀਰੀਅੰਸ ਵੀ ਸੀ, 38 ਤਾਂ ਉਹ ਤਾਂ 38 ਨੰਬਰ ਸਿੱਧੇ ਪਿੱਛੇ ਗਏ। ਤਾਂ ਉਹਨਾਂ ਦਾ ਬੜਾ ਇਤਰਾਜ਼ ਹੈ। ਉਹਨਾਂ ਦੇ ਜਿਹੜੇ ਮੈਥ ਦੇ ਕੈਂਡੀਡੇਟਸ ਹੈਗੇ ਨੇ ਕਾਫੀ 500-600 ਹੈਗੇ ਆ, ਉਹ ਹਾਈ ਕੋਰਟ 'ਚ ਵੀ ਗਏ ਨੇ। ਅੱਜ ਉਹਦੀ ਦੁਪਹਿਰ ਬਾਅਦ ਸੁਣਵਾਈ ਵੀ ਹੈਗੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਪਹਿਲਾਂ ਵਾਲੇ ਪੇਪਰ ਦੇ ਪਾ ਦਿਓ। ਫਿਰ ਆਪਾਂ ਆਉਂਦੇ ਹਾਂ ਪੰਜਾਬੀ ਦੇ ਵਿਸ਼ੇ 'ਤੇ। ਪੰਜਾਬੀ ਦਾ ਜਿਹੜਾ ਪੇਪਰ ਸੈਟਰ ਪਤਾ ਨਹੀਂ ਕੀ ਮਾਨਸਿਕਤਾ ਉਹਦੀ ਰਹੀ ਹੋਏਗੀ, ਜੋ ਸਵਾਲ ਪੁੱਛੇ ਬੇਹੱਦ ਪੁੱਛੇ ਔਰ ਜੋ ਪੁੱਛੇ ਬਾਕੀ ਜਿਹੜੇ ਰਹਿੰਦੇ ਸੀਗੇ ਉਹ ਕੋਈ ਕਨਸੈਪਟ ਨਾਲ ਉਹਦਾ ਕੋਈ ਵਾਹ ਵਾਸਤਾ ਨਹੀਂ। ਇੱਕ ਮਹੀਨਾ ਕੁ ਪਹਿਲਾਂ ਕਿਤਾਬ ਛਪੀ ਹੈ ਕਿਸੇ ਰਾਈਟਰ ਦੀ, ਹਜੇ ਤੱਕ ਉਹ ਬਾਜ਼ਾਰ 'ਚ ਨਹੀਂ ਆਈ, ਪਾਠਕਾਂ ਤੱਕ ਨਹੀਂ ਪਹੁੰਚੀ, ਵਿਦਿਆਰਥੀਆਂ ਤੱਕ ਨਹੀਂ ਪਹੁੰਚੀ। ਉਹਦੇ 'ਚੋਂ ਸਵਾਲ ਪੁੱਛੇ ਜਾ ਰਹੇ ਹੈ। ਕਿਤਾਬ ਹਜੇ ਛਪ ਕੇ ਲੋਕਾਂ ਦੇ ਹੱਥ ਵਿੱਚ ਨਹੀਂ ਆਈ ਪਰ ਉਹਨਾਂ ਦੇ ਸਵਾਲ ਆ ਗਏ, ਉਹਦੇ ਸਵਾਲ ਆ ਗਏ। ਤਾਂ ਇੱਥੋਂ ਤੁਸੀਂ ਪੇਪਰ ਜਿਹੜਾ ਹੈ ਸੈਟਰ ਉਹ ਨੌਲੇਜ ਨਹੀਂ ਦੇਖਣਾ ਚਾਹੁੰਦਾ, ਉਹ ਤਾਂ ਫਸਾਉਣਾ ਚਾਹੁੰਦਾ ਵੀ ਵੇਖੀਏ ਨਜ਼ਾਰੇ ਲਈਏ ਵੀ ਕੈਂਡੀਡੇਟ ਕਿੱਥੇ ਜੇ ਫਸਦੇ ਆ। ਜੇ 25 ਸਾਲ ਬੀਤ ਗਏ ਪੇਪਰ ਹਜੇ ਤੱਕ ਭਰਤੀ ਨਹੀਂ ਹੋਈ, ਪੇਪਰ ਨਹੀਂ ਹੋਏ, ਜੇਕਰ 25 ਮਹੀਨੇ ਹੋਰ ਬੀਤ ਜਾਂਦੇ ਤਾਂ ਇਹਨਾਂ ਨੂੰ ਕੀ ਕਾਹਲੀ ਸੀ ਕਿ ਆਰਾਮ ਨਾਲ ਪੇਪਰ ਨਹੀਂ ਲੈ ਸਕਦੇ ਕਿ ਵੋਟਾਂ ਲੈਣ ਮਾਰਿਆਂ ਨੇ ਕਿ ਜਲਦੀ ਪੇਪਰ ਸੈੱਟ ਕਰਤਾ ਇਹਨਾਂ ਨੇ। ਪੇਪਰ ਸੈੱਟ ਕਰਨ ਵਾਸਤੇ ਭਾਵੇਂ 10 ਦਿਨ ਹੋਰ ਲੈ ਲੈਂਦੇ ਔਰ ਜਿਹੜੇ ਵਿਦਵਾਨ ਹੁੰਦੇ ਨੇ ਨਾ ਉਹਨਾਂ ਨੂੰ ਇੰਨੇ ਦਿਨਾਂ ਦੀ ਲੋੜ ਨਹੀਂ ਹੁੰਦੀ। ਵਿਦਵਾਨ ਬੰਦਾ ਤਾਂ ਉਹਨੂੰ ਕੱਲਾ ਸਿਲੇਬਸ ਦੇ ਦਿਓ, ਉਹ 2 ਘੰਟਿਆਂ 'ਚ ਪੇਪਰ ਤਿਆਰ ਕਰਾ ਦਿੰਦਾ ਕਿਉਂਕਿ ਕਨਸੈਪਟ ਕਲੀਅਰ ਨੇ, ਆਪਸ਼ਨਾਂ ਕਲੀਅਰ ਨੇ। ਤੁਸੀਂ ਉਹਨਾਂ ਨੂੰ ਕਨਸੈਪਚੁਅਲੀ ਉਲਝਾ ਸਕਦੇ ਹੋ। ਉਹਨਾਂ ਦੀ ਨੌਲੇਜ ਚੈੱਕ ਕਰੋ ਤੁਸੀਂ ਵੀ ਇਹ ਯੋਗ ਨੇ ਕਿ ਨਹੀਂ। ਕਾਲਜਾਂ ਦੇ ਵਿੱਚ ਗ੍ਰੈਜੂਏਸ਼ਨ ਦੀਆਂ ਪੋਸਟ ਗ੍ਰੈਜੂਏਸ਼ਨ ਦੀਆਂ ਕਲਾਸਾਂ ਪੜ੍ਹਾਉਣ ਵਾਸਤੇ ਇਹ ਐਲੀਜੀਬਲ ਹੈਗੇ ਕਿ ਨਹੀਂ ਹੈਗੇ, ਚੈੱਕ ਤਾਂ ਇਹ ਕਰਨਾ ਸੀਗਾ। ਪਰ ਇਹ ਪੇਪਰ ਲੈ ਕੇ ਇੱਕ ਤਰ੍ਹਾਂ ਦਾ ਕੋਝਾ ਮਜ਼ਾਕ ਕੀਤਾ। ਫਿਰ ਤੁਸੀਂ ਹਿੰਦੀ 'ਤੇ ਆਉਂਦੇ, ਹਿੰਦੀ ਦਾ ਪੇਪਰ ਪਾਉਣ ਲੱਗਦਾ ਸੈਟਰ ਤਾਂ ਇੱਕੋ ਹੀ ਜਿਹੜੀ ਕਹਾਣੀ ਹੈ, ਕਹਾਣੀ ਦਾ ਨਾਮ ਹੈ ਤੀਸਰੀ ਕਸਮ। ਉਹ ਇੱਕੋ ਕਹਾਣੀ 'ਚੋਂ 3 ਸਵਾਲ ਪਾ ਦਿੱਤੇ ਜਾਂਦੇ ਹੈ। ਅੱਗੇ ਆ ਜਾਂਦੀ ਹੈ ਜੀਵਨੀ, ਹਜ਼ਾਰਾਂ ਜੀਵਨੀਆਂ ਹੋਣਗੀਆਂ ਜੀ, ਉਹਨਾਂ 'ਚੋਂ ਸਿਲੈਕਟਡ ਕੁਛ ਜਿਹੜੀਆਂ ਹੈਗੀਆਂ ਨੈੱਟ ਦੇ ਸਿਲੇਬਸ 'ਚ ਹੋਣਗੀਆਂ।
ਪਰ ਇੱਕੋ ਹੀ ਕਹਾਣੀ 'ਚੋਂ 3 ਕੁਐਸਚਨ ਜਿਹੜੇ ਹੈਗੇ ਪੁੱਛ ਲਏ ਜਾਂਦੇ ਆ। ਕਹਾਣੀ ਦਾ ਨਾਂ ਹੈ ਅਵਾਰਾ ਮਸੀਹਾ ਜੀ। ਉਸ ਤੋਂ ਬਾਅਦ 'ਚ ਆਉਂਦੀ ਆ ਆਤਮ ਕਥਾ। ਜੀ। ਬਹੁਤ ਸਾਰੀਆਂ ਆਤਮ ਕਥਾਵਾਂ ਜਿਹੜੀਆਂ ਸਿਲੇਬਸ 'ਚ ਹੋਣਗੀਆਂ। ਕਿਆ ਭੁੱਲੂ ਕਿਆ ਯਾਦ ਕਰੂੰ, ਹਰੀਵੰਸ਼ ਰਾਏ ਬੱਚਨ ਦੀ ਜਿਹੜੀ ਇਹ ਜੀਵਨੀ ਹੈ, ਉਹਦੇ 'ਚੋਂ 2 ਸਵਾਲ, ਹੋਰ ਜੀਵਨੀਆਂ 'ਚੋਂ ਨਹੀਂ। ਤਾਂ ਇਹ ਜਿਹੜਾ ਇਹ ਟ੍ਰੈਂਡ ਹੈ ਨਾ ਕੁਐਸਚਨ ਪੁੱਛਣ ਦਾ, ਇਹਨੂੰ ਕਿਸੇ ਵੀ ਤਰੀਕੇ ਨਾਲ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਡਿਪਾਰਟਮੈਂਟ ਨੂੰ ਔਰ ਪੇਪਰ ਸੈਟਰ ਨੂੰ ਇਹ ਬੜੀ ਜ਼ਿੰਮੇਵਾਰੀ ਨਾਲ ਦੇਖਣਾ ਚਾਹੀਦਾ ਸੀ ਕਿ UGC ਨੈਟ ਦਾ ਅਸੀਂ ਸਿਲੇਬਸ ਵਿਦਿਆਰਥੀਆਂ ਨੂੰ ਜਾਂ ਕੈਂਡੀਡੇਟਸ ਨੂੰ ਦਿੱਤਾ ਹੈ, ਔਰ ਇਹ ਕੋਈ ਛੋਟਾ-ਮੋਟਾ ਪੇਪਰ ਨਹੀਂ ਹੈ। ਇਹ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਣਾਉਣ ਵਾਲੇ, ਉਹਨਾਂ ਨੂੰ ਰਸਤਾ ਦਿਖਾਉਣ ਵਾਲੇ ਔਰ ਉਹਨਾਂ ਦੇ ਜਿਹੜੇ ਰਾਹ ਦਸੇਰੇ ਹੈ ਉਹ ਅਸੀਂ ਸਿਲੈਕਟ ਕਰਨ ਜਾ ਰਹੇ ਹਾਂ। ਪਰ ਇਹ ਉਹਨਾਂ ਨੂੰ ਖੁਦ ਨੂੰ ਚੱਕਰ 'ਚ ਪਾ ਕੇ ਜਿਹੜਾ ਹੈਗਾ ਇਹ ਸਵਾਲ ਪੁੱਛੇ ਗਏ ਹੈ। ਕੋਈ ਵੀ ਦੇਖ ਸਕਦਾ, ਕੋਈ ਵੀ ਵਿਦਵਾਨ ਜਿਹੜਾ ਹੈਗਾ ਇਹਨਾਂ ਕੁਐਸਚਨ ਪੇਪਰਾਂ ਨੂੰ ਦੇਖ ਸਕਦਾ ਹੈ। ਸਾਰਿਆਂ ਦੇ ਕੋਲੇ ਹੈਗੇ ਹੈ। ਹਾਂ, ਜੇ ਉਹ ਕਹਿ ਦੇਣ ਵੀ ਬਹੁਮਤ ਨਾਲ ਕਹਿ ਦੇਣ ਵੀ ਪੇਪਰ ਸਹੀ ਹੈ ਤਾਂ ਅਸੀਂ ਆਪਦੀ ਹਾਰ ਮੰਨ ਲਾਂਗੇ। ਕੁਐਸਚਨ ਪੇਪਰ ਦੇਖ ਕੇ ਲੱਗਦਾ ਜਿਵੇਂ ਪੇਪਰ ਸੈੱਟ ਕਰਨ ਵਾਲੇ ਨੇ ਗਲ 'ਚ ਪਿਆ ਰੱਸੇ ਨੂੰ ਲਾ ਕੇ ਸਿੱਟਿਆ ਹੋਵੇ। ਸਰਕਾਰ ਨੇ ਗਲੋਂ ਗਲਾਵਾਂ ਲਾਉਣ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਕੀਤੀ ਹੈ। ਭਰਤੀ ਜੇ ਕਰਨੀ ਹੋਵੇ ਨਾ ਜੀ, ਤਾਂ ਇਹ ਭਰਤੀਆਂ ਕਈ ਤਰ੍ਹਾਂ ਦੀਆਂ ਹੈਗੀਆਂ ਨੇ, D ਲੈਵਲ, D ਗ੍ਰੇਡ ਦੀਆਂ, B ਗ੍ਰੇਡ ਦੀਆਂ, C ਗ੍ਰੇਡ ਦੀਆਂ। ਪਰ 2 ਭਰਤੀਆਂ ਜਿਹੜੀਆਂ, ਇੱਕ ਡਾਕਟਰ ਤੇ ਇੱਕ ਟੀਚਰ, ਇਹ ਐਡੀ ਇਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਇਹਤਿਆਤ ਵਰਤਣੀ ਪੈਂਦੀ ਹੈ ਕਿ ਜੇ ਕੋਈ ਗਲਤ ਡਾਕਟਰ ਭਰਤੀ ਹੋ ਗਿਆ ਤਾਂ ਕਿੰਨਾ ਨੁਕਸਾਨ ਹੋਊਗਾ ਸਾਰੀ ਉਮਰ। ਇਸੇ ਤਰ੍ਹਾਂ ਜੇ ਪੂਰੀ ਨੌਲੇਜ ਵਾਲਾ ਜਾਂ ਸਮਰੱਥ ਟੀਚਰ ਨਹੀਂ ਭਰਤੀ ਹੁੰਦਾ ਤਾਂ ਭਵਿੱਖ ਜਿਹੜਾ ਹੈਗਾ ਉਹ ਆਉਣ ਵਾਲਾ ਬੱਚਿਆਂ ਦਾ, ਆਉਣ ਵਾਲੇ ਸਮਾਜ ਦਾ, ਉਹ ਸਹੀ ਨਹੀਂ ਹੋਊਗਾ। ਇਹ ਡਿਪੈਂਡ ਕਰਦਾ ਹੈ ਵੀ ਤੁਸੀਂ ਕਿਹੋ ਜਿਹੇ ਟੀਚਰ ਸਿਲੈਕਟ ਕਰ ਰਹੇ ਹੋ। ਦੂਜੀ ਗੱਲ ਇਹ ਹੈ ਕਿ ਪੋਸਟਾਂ ਤਾਂ ਬਹੁਤ ਜ਼ਿਆਦਾ ਖਾਲੀ ਪਈਆਂ ਨੇ। 25 ਸਾਲ ਸਰਕਾਰ ਨੇ ਕਿਵੇਂ ਟਪਾਏ? ਸਰਕਾਰ ਨੇ ਤਨਖਾਹਾਂ ਦੇਣ ਤੋਂ ਕਿਨਾਰਾ ਕਰਨ ਲਈ ਵੱਖੋ ਵੱਖ ਜਿਹੜੇ ਹੈਗਾ ਵਿਗਿਆਪਨ ਅਖਬਾਰਾਂ 'ਚ ਦੇ ਕੇ ਸਕੂਲ, ਕਾਲਜ ਲੈਵਲ ਤੇ, ਯੂਨੀਵਰਸਿਟੀ ਲੈਵਲ ਤੇ ਇੰਟਰਵਿਊਜ਼ ਲੈ ਕੇ ਗੈਸਟ ਫੈਕਲਟੀ, ਪਾਰਟ ਟਾਈਮ ਜਿਹੜੇ ਹੈਗੇ ਤੁਹਾਡੇ ਇੱਕ ਹੋਰ ਕੈਟੇਗਰੀ ਹੈਗੀ ਹੈ ਜਿਨ੍ਹਾਂ ਨੂੰ ਰਿਸੋਰਸ ਪਰਸਨ ਕਹਿੰਦੇ, ਉਹਨਾਂ ਨੂੰ ਭਰਤੀ ਕੀਤਾ ਬੜੀਆਂ ਘੱਟ ਤਨਖਾਹਾਂ ਤੋਂ। ਉਹ ਦੱਸਦੇ ਸੀ, ਕਹਿੰਦੇ ਸੀ ਅਸੀਂ 3000 ਤੇ ਵੀ ਕੰਮ ਕੀਤਾ, 5 ਤੇ ਵੀ ਕੀਤਾ, 7 ਤੇ ਵੀ ਕੀਤਾ, ਹੁਣ 21,000 24,000 ਹੁਣ ਲੈ ਰਹੇ ਹੋ। 3000 ਤਨਖਾਹ ਦੇ ਕੇ ਇਹ ਲੈਕਚਰਾਰਾਂ ਨੂੰ ਪੰਜਾਬ ਜਾਂ ਹਿੰਦੁਸਤਾਨ ਦਾ ਭਵਿੱਖ ਬਣਾ ਰਹੇ ਨੇ ਜੀ। ਹੁਣ ਜਿਹੜੀ ਜਵਾਨੀ ਦੇ ਗੋਲਡਨ ਇਰਾ ਸੀਗਾ, ਉਹਨਾਂ ਟੀਚਰਾਂ ਨੇ ਆਪਦਾ ਉਹਨਾਂ ਕਾਲਜਾਂ ਦੇ ਲੇਖੇ ਲਾਇਆ। ਹੁਣ ਉਹ ਕਹਿੰਦੇ ਵੀ ਸਾਨੂੰ ਪੱਕੇ ਕਰੋ ਪਹਿਲਾਂ। ਤਾਂ ਨਾ ਤਾਂ ਕੋਈ ਉਹਨਾਂ ਦਾ ਕੋਈ ਬਹੁਤਾ ਧਿਆਨ ਰੱਖਿਆ ਗਿਆ ਔਰ ਨਾ ਕੋਈ ਨਵਿਆਂ ਦਾ ਧਿਆਨ ਰੱਖਿਆ ਗਿਆ। ਉਹਨਾਂ ਨੂੰ 5 ਨੰਬਰਾਂ ਦਾ ਕਿਹਾ ਵੀ ਦੇ ਦਿਆਂਗੇ, ਉਹ ਵੀ ਕੋਰਟ 'ਚ ਨੇ ਵੀ ਸਾਡੇ ਐਕਸਪੀਰੀਅੰਸ ਕਿੱਧਰ ਗਏ। ਔਰ ਜਿਹੜੇ ਨਵੇਂ ਨੇ ਉਹ ਕਹਿੰਦੇ ਵੀ ਸਾਡਾ ਕੀ ਕਸੂਰ ਹੈ। ਮੁਕਾਬਲਾ ਹੋਣਾ ਚਾਹੀਦਾ ਤਾਂ ਇੱਕੋ ਜਿਹਾ ਹੋਣਾ ਚਾਹੀਦਾ। ਤਾਂ ਇਹ ਸਰਕਾਰ ਨੂੰ ਇਹ ਬਿਲਕੁਲ ਨਹੀਂ ਸਮਝ ਆਈ ਵੀ ਕੀ ਕੀਤਾ ਜਾਵੇ। ਹਾਲਾਂਕਿ ਸਰਕਾਰ ਕੁਛ ਵੀ ਕਰ ਸਕਦੀ ਹੈ, ਚੰਗਾ ਕੰਮ ਕੁਛ ਵੀ ਕਰ ਸਕਦੀ ਹੈ। ਇੰਨੇ ਸਿਆਣੇ ਇਹਨਾਂ ਕੋਲੇ ਆਫਿਸਰ ਹੁੰਦੇ ਨੇ, ਇੰਨੇ ਸਿਆਣੇ ਇਹਨਾਂ ਕੋਲੇ ਰਿਟਾਇਰਡ ਪਰਸਨ ਵੀ ਹੁੰਦੇ ਨੇ, ਐਕਸਪੀਰੀਅੰਸ ਵਾਲੇ ਵੀ ਹੁੰਦੇ ਨੇ, ਬੜੇ ਸਿਆਣੇ ਸਿਆਣੇ ਬੈਠੇ ਹੈ। ਪਰ ਪਤਾ ਨਹੀਂ ਕਿਉਂ ਇਹ ਜਿਹੜਾ ਹੈਗਾ ਇਹ ਸਾਰਾ ਕੁਝ ਵਾਪਰਿਆ ਔਰ ਇਹ ਇੱਕ ਮਜ਼ਾਕ ਬਣ ਕੇ ਰਹਿ ਗਈ ਹੈ ਭਰਤੀ। ਹੁਣ ਬਹੁਤ ਸਾਰੇ ਸਵਾਲ ਇਹਦੇ 'ਤੇ ਉੱਠੇ ਹੈ ਔਰ ਇੱਕ ਉਫਾਨ ਵੀ ਉੱਠਿਆ ਹੈ। ਔਰ ਟੀਚਰ, ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਟੀਚਰਾਂ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਤੁਸੀਂ ਜੇ ਕੱਲ੍ਹ ਦੇਖੋ ਗੁਰੂ ਹਰਸਹਾਏ ਚੰਨੀ ਸਾਹਿਬ ਮੁੱਖ ਮੰਤਰੀ ਜੀ ਬੋਲਣ ਆਏ, ਉੱਥੇ 3 ਉਦਘਾਟਨ ਕਰਨੇ ਸੀ, 1 ਉਦਘਾਟਨ ਤੇ ਹੀ ਉਹਨਾਂ ਨੇ ਬੋਲਣ ਨਹੀਂ ਦਿੱਤਾ ਔਰ 2 ਉਦਘਾਟਨ ਤਾਂ ਵਿਚਾਲੇ ਛੱਡ ਕੇ ਉਹਨਾਂ ਨੂੰ ਭੱਜਣਾ ਪਿਆ। ਇਸੇ ਤਰ੍ਹਾਂ ਸਿੱਧੂ ਸਾਹਿਬ ਦਾ ਵੀ ਵਿਰੋਧ ਹੋਇਆ ਮੋਗੇ। ਔਰ ਜੇ ਇਸ 'ਚ ਸੁਧਾਰ ਨਹੀਂ ਹੁੰਦਾ, ਇਹ ਪੇਪਰ ਦੀ ਉਹਨਾਂ ਨੇ ਡਿਮਾਂਡ ਕੀਤੀ ਹੈ ਕਿ ਇਹ ਪੇਪਰ ਜਿਹੜਾ ਹੈ ਰੀਕੰਡਕਟ ਹੋਣਾ ਚਾਹੀਦਾ, ਦੁਬਾਰੇ ਹੋਣਾ ਚਾਹੀਦਾ ਹੈ। ਜੇ ਇਹ ਨਹੀਂ ਹੋਊਗਾ ਤਾਂ ਮੈਂ ਤੁਹਾਨੂੰ ਦੱਸਾਂ 12,452 ਨੈਟ ਕੁਆਲੀਫਾਈ ਜਾਂ PhD ਵਾਲੇ ਬੰਦੇ, ਮਤਲਬ ਕਿ ਪ੍ਰੋਫੈਸਰ ਦੀ ਯੋਗਤਾ ਰੱਖਣ ਵਾਲੇ ਬੰਦੇ 12,452 ਉਹ ਬੰਦੇ ਨੇ ਤੇ 12,500 ਹੀ ਪਿੰਡ ਹੈ। ਫਿਰ ਇੱਕ ਪਿੰਡ 'ਚ ਇੱਕ ਪ੍ਰੋਫੈਸਰ ਉਤਰ ਜੂਗਾ ਤੇ ਫਿਰ ਜਿਹੜਾ ਹਾਲ ਸਿਆਸੀ ਬੰਦਿਆਂ ਦਾ ਹੋਣਾ ਹੈ ਉਹ ਕਿਸੇ ਤੋਂ ਗੁੱਝਾ ਨਹੀਂ। ਕਿਸਾਨੀ ਅੰਦੋਲਨ ਨੇ ਕਿੱਡਾ ਕੁਛ ਸਿਖਾਇਆ। ਦੇਖੋ, ਕਿਸਾਨੀ ਅੰਦੋਲਨ ਨੇ ਜਿਹੜਾ ਹੈਗਾ ਨਾ, ਜਿਹਨੂੰ ਆਪਾਂ ਕਹਿੰਦੇ ਆ ਵੀ ਦਬੜੋ ਘੁਸੜੀ ਕਹਿ ਲਓ ਜਾਂ
ਹਨੇਰਗਰਦੀ ਆਪਣੇ ਵਾਪਰੀ ਹੋਈ ਸੀਗੀ ਦੇਸ਼ ਦੇ ਵਿੱਚ, ਜੀ ਸਿੱਧਾ ਕਰਤਾ ਪ੍ਰਧਾਨ ਸਾਨੂੰ ਮੰਤਰੀ ਨੇ, ਸੁਚੇਤ ਕੀਤਾ ਉਹਨਾਂ ਨੇ। ਹੱਥ ਬੰਨ੍ਹ ਕੇ ਖਹਿੜਾ ਛਡਾਇਆ ਕਿ ਨਹੀਂ ਪ੍ਰਧਾਨ ਮੰਤਰੀ ਨੇ। ਜੀ ਉਹੀ ਪੰਜਾਬ ਦੇ ਲੋਕ ਨੇ, ਉਹੀ ਉਹਨਾਂ ਦੇ ਖੂਨ 'ਚ ਜਿਹੜੀ ਹੈਗੀ ਹੈ ਮਰਦਾਨਗੀ ਕਹਿ ਲਓ ਜਾਂ ਅਣਖ ਕਹਿ ਲਓ ਹੈਗੀ ਹੈ, ਤੇ ਉਹ ਨੌਜਵਾਨਾਂ ਦੇ ਵਿੱਚ ਵੀ ਹੈਗੀ ਹੈ। ਔਰ ਅਣਖ ਦੇ ਨਾਲ ਹੁਣ ਜਿਹੜੀ ਟੈਕਨੀਕ ਵੀ ਹੈਗੀ ਹੈ, ਕਿਉਂਕਿ ਜੇ ਪੜ੍ਹੇ ਲਿਖੇ ਹੈਗੇ ਹੈ, ਇਹਨਾਂ ਨੂੰ ਜੇ ਕੰਮ ਨਹੀਂ ਮਿਲਦਾ, ਆਪਦੀ ਜਵਾਨੀ ਤਾਂ ਇਹਨਾਂ ਨੇ ਪੜ੍ਹਾਈ ਤੇ ਖਰਾਬ ਕੀਤੀ, ਤੇ ਕੰਮ ਇਹਨਾਂ ਨੂੰ ਜੇ ਕੋਈ ਸਰਕਾਰ ਕਿਤੇ ਲਾ ਨਹੀਂ ਰਹੀ, ਸਰਕਾਰ ਦੀ ਜ਼ਿੰਮੇਵਾਰੀ ਹੈ, ਕਿਉਂਕਿ ਸਰਕਾਰ ਟੈਕਸ ਲੈਂਦੀ ਹੈ। ਤੁਹਾਨੂੰ ਇਹ ਲੱਗਦਾ ਸਰਕਾਰ ਨੇ ਜਾਣਬੁੱਝ ਕੇ ਟੈਸਟ ਇੰਨੇ ਲੋ ਲੈਵਲ ਦਾ ਪਾਇਆ ਕਿ ਇਸ ਦੇ ਉੱਪਰ ਰੇਟਾਂ ਪੈਣਗੀਆਂ ਤਾਂ ਇਹ ਭਰਤੀ ਹੋਰ ਲੇਟ ਹੋ ਜਾਵੇਗੀ, ਜੋ ਸਾਡੇ 2 ਮਹੀਨਿਆਂ ਸਮਾਂ ਉਹ ਟੱਪ ਜਾਵੇਗਾ? ਮਨਸ਼ਾ ਤਾਂ ਸਰਕਾਰ ਦੀ ਲੱਗਦੀ ਹੈ ਇਸ ਤਰ੍ਹਾਂ ਦੀ, ਭਰਤੀ ਦਾ ਨੋਟੀਫਿਕੇਸ਼ਨ ਹੀ ਆਇਆ ਸੀ ਜਦੋਂ, ਉਦੋਂ ਵੀ ਇਹੀ ਮਨਸ਼ਾ ਲੱਗਦੀ ਸੀ। ਆਲਰੇਡੀ 5-7 ਡੇਟਾਂ ਤਾਂ ਉਹਦੇ ਤੇ ਚੱਲ ਰਹੀਆਂ, ਔਰ 5-7 ਇਹਦੇ ਤੇ ਹੋ ਗਈਆਂ। ਹੁਣ ਹਾਈ ਕੋਰਟ ਨੇ ਦੇਖਣਾ ਕੀ ਕਰੂ। ਹਾਈ ਕੋਰਟ ਤਾਂ ਬੜਾ ਹੈਰਾਨ ਹੋ ਜਾਣਾ ਹੈ ਕਿ ਪ੍ਰੋਫੈਸਰ ਲੈਵਲ ਦੀ ਤੁਸੀਂ ਭਰਤੀ ਕਰਨ ਲੱਗੇ ਜੇ, ਔਰ ਸੀਨੀਅਰ ਜਿਹੜੇ ਪ੍ਰਗਟ ਸਿੰਘ ਨੇ ਉਹ ਵੀ ਬਹੁਤ ਪੜ੍ਹੇ ਲਿਖੇ ਸਿਆਣੇ ਬੰਦੇ ਨੇ, ਓਲੰਪੀਅਨ ਰਹੇ ਨੇ, ਔਰ ਜਿਹੜੇ ਅਫਸਰ ਹੈ ਜਾਂ ਪੇਪਰ ਪਾਉਣ ਵਾਲੇ ਨੇ, ਪੇਪਰ ਸੈਟਰ ਨੇ, ਆਪਣੇ ਸਰਕਾਰੀ ਯੂਨੀਵਰਸਿਟੀਆਂ ਬੜੀਆਂ ਅੱਛੇ ਲੈਵਲ ਦੀਆਂ ਯੂਨੀਵਰਸਿਟੀਆਂ ਦੇ ਅੱਛੇ ਲੈਵਲ ਦੇ ਪ੍ਰੋਫੈਸਰਾਂ ਤੋਂ ਉਮੀਦ ਕੀਤੀ ਜਾ ਸਕਦੀ ਵੀ ਬਹੁਤ ਫੇਅਰ ਭਰਤੀ ਹੋਊਗੀ। ਪਰ ਇਹ ਪੇਪਰ ਦੇਖ ਕੇ ਤਾਂ ਹੋਰ ਹੀ ਕੁਛ ਲੱਗਦਾ ਹੈ, ਇਹ ਮਨਜ਼ੂਰ ਨਹੀਂ ਹੈ, ਕਿਸੇ ਨੂੰ ਵੀ ਮਨਜ਼ੂਰ ਨਹੀਂ। ਤੁਹਾਨੂੰ ਕਿ ਜਿਸ ਨੇ ਪੇਪਰ ਸੈੱਟ ਕੀਤਾ ਉਹਦੀ ਮਾਨਸਿਕਤਾ ਕੀ ਸੀ ਕਿ ਜਿਹੜੇ ਸਟੂਡੈਂਟ ਜਾਂ ਪੇਪਰ ਦੇਣਗੇ, ਜਿਹੜੇ ਹੁਣ ਪ੍ਰੋਫੈਸਰ ਬਣਨ ਵਾਸਤੇ ਤਿਆਰ ਹੈ, ਉਹਨਾਂ ਦੀ ਮਾਨਸਿਕਤਾ ਨੂੰ ਚੈੱਕ ਕਰਨ ਵਾਸਤੇ ਇਹਨੇ ਲੋ ਲੈਵਲ ਦੇ ਸਵਾਲ ਕਿਉਂ ਕੀਤੇ ਜਾਂਦੇ ਆ? ਕਿਤੇ ਨਾ ਕਿਤੇ ਪੇਪਰ ਸੈਟਰ ਦੇ ਉੱਪਰ ਕੋਈ ਹੁਕਮ ਦੇਣ ਵਾਲੀ ਸ਼ਕਤੀ ਦੀ ਵੀ ਕਮਾਂਡ ਲੱਗਦੀ ਹੈ ਕਿ ਪੇਪਰ ਇਸ ਤਰ੍ਹਾਂ ਦਾ ਬਣਾਓ ਕਿ ਇਹ ਜਿਹਨੂੰ ਕਹਿੰਦੇ ਨਾ ਕਾਲਾ ਮਾਲਾ ਹੋ ਜੇ, ਜਾਂ ਕੜੀ ਘੋਲਣਾ ਜਿਹਨੂੰ ਕਹਿੰਦੇ ਆਪਾਂ ਪੰਜਾਬੀ 'ਚ, ਉਹ ਚੀਜ਼ ਬਣ ਜੇ। ਔਰ ਉਚੇਰੀ ਸਿੱਖਿਆ ਦੇ ਵਿੱਚ ਜਿਹੜਾ ਹੈਗਾ ਨੌਜਵਾਨ ਜਿਹੜੇ ਜਾਣਗੇ, ਉਹ ਜਦੋਂ ਪੜ੍ਹਾਉਣਾ ਸ਼ੁਰੂ ਕਰ ਦੇਣਗੇ ਸਟੂਡੈਂਟਸ ਨੂੰ ਔਰ ਉਹਨਾਂ ਦੇ ਹੱਕਾਂ ਦੇ ਪ੍ਰਤੀ ਅਗਾਹ ਕਰਨਗੇ, ਤਾਂ ਉਦੋਂ ਆਪਣੇ ਪੰਜਾਬ ਦੀ ਤਸਵੀਰ ਕੁਝ ਹੋਰ ਹੋਊਗੀ। ਪਰ ਕਿਸਾਨੀ ਅੰਦੋਲਨ ਨੇ ਬਹੁਤ ਕੁਝ ਸਿਖਾਤਾ ਹੈ। ਅੱਗੇ ਕੋਈ ਚੂੰ ਨਹੀਂ ਸੀ ਕਰਦਾ ਕਿਸੇ ਨੇਤਾ ਦੇ ਸਾਹਮਣੇ, ਤੇ ਹੁਣ ਅਗਲੇ ਵਿਰੋਧੀ ਧਿਰ ਨੂੰ ਤਾਂ ਰੋਕਣਾ ਹੀ ਰੋਕਣਾ। ਸਰਕਾਰ ਨੂੰ, ਕੈਬਨਿਟ ਮਿਨਿਸਟਰਾਂ ਨੂੰ, ਔਰ ਇਵਨ ਕਿ ਮੁੱਖ ਮੰਤਰੀ ਨੂੰ ਘੇਰ ਕੇ ਸਵਾਲ ਪੁੱਛਦੇ ਹੈ, ਔਰ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹੈ। ਤਾਂ ਇਹ ਸਿਲਸਿਲਾ ਜਿਹੜਾ ਇਹ ਅੱਗੇ ਵਧਣਾ ਹੀ ਵਧਣਾ ਹੈ। ਕਾਂਗਰਸ ਨੇ 2017 'ਚ ਆਪਣੇ ਮੈਨੀਫੈਸਟੋ ਵਿੱਚ ਇਹ ਗੱਲ ਕਹੀ ਸੀ ਕਿ ਜੇ ਸਾਡੀ ਸਰਕਾਰ ਬਣਦੀ ਆ ਤਾਂ ਅਸੀਂ 100 ਦਿਨਾਂ ਦੇ ਅੰਦਰ ਪੰਜਾਬ ਦੇ ਵਿੱਚ 50 ਤੋਂ ਵੱਧ ਕਾਲਜ ਖੋਲਾਂਗੇ। ਕਾਲਜ ਦਾ ਕੀ ਖੋਲ੍ਹਣੇ, ਜਿਹੜੇ ਪੁਰਾਣੇ ਕਾਲਜ ਉਹਨਾਂ ਦੇ ਵਿੱਚ ਅਧਿਆਪਕ ਹੀ ਨਹੀਂ ਪੂਰੇ ਹੋ ਰਹੇ। 50 ਕਾਲਜਾਂ ਦਾ ਜਿਹੜਾ ਵਾਅਦਾ ਕੀਤਾ ਗਿਆ ਸੀਗਾ, ਜੇ ਆਪਾਂ ਦੇਖੀਏ ਪੇਜ ਨੰਬਰ 56-57 ਤੇ ਪੁਆਇੰਟ ਨੰਬਰ 36 ਜੀ, ਕਿ ਸਰਕਾਰ ਬਣਨ ਦੇ 100 ਦਿਨਾਂ ਦੇ ਵਿੱਚ ਕਾਲਜ ਬਣਨੇ ਸ਼ੁਰੂ ਹੋ ਜਾਣਗੇ ਜੀ। ਪੌਣੇ 5 ਸਾਲ ਜਦੋਂ ਬੀਤੇ ਤਾਂ ਕੈਪਟਨ ਸਾਹਿਬ ਜਿਹੜੇ ਆਪਦਾ ਅਸਤੀਫਾ ਦੇਣ ਤੋਂ ਕੋਈ 3 ਕੁ ਦਿਨ ਪਹਿਲਾਂ ਜੀ 16 ਕਾਲਜ ਜਿਹੜੇ ਇਹ ਮਨਜ਼ੂਰ ਕਰਕੇ ਗਏ ਆ। ਉਹ ਕਿਤੇ ਨਾ ਕਿਤੇ ਕਾਲਜ ਬਣ ਵੀ ਰਹੇ ਨੇ, ਕਿਤੇ ਜਿਹੜੀ ਹੈਗੀ ਨੀਂਹ ਪੱਥਰ ਰੱਖਿਆ ਪਿਆ, ਔਰ ਕਿਤੇ ਤਾਰਾਂ ਲਾ ਕੇ ਜ਼ਮੀਨ ਛੱਡਤੀ। ਜ਼ਮੀਨ ਗਈ ਲੋਕਾਂ ਨੇ ਕਬਜ਼ਾ ਤਾਂ ਕਰ ਲਿਆ ਜ਼ਮੀਨ ਤੇ, ਪਰ ਉਸਾਰੀ ਸ਼ੁਰੂ ਨਹੀਂ ਹੋਈ। ਪਰ ਉਸਾਰੀ ਸ਼ੁਰੂ ਨਹੀਂ ਹੋਈ, ਕਹਿੰਦੇ ਖਜ਼ਾਨਾ ਖਾਲੀ ਹੈ। ਹੁਣ ਖਜ਼ਾਨਾ, ਟੈਕਸ ਤਾਂ ਰੋਜ਼ ਜਾ ਰਿਹਾ ਤੇ ਖਜ਼ਾਨਾ ਖਾਲੀ ਕਿਵੇਂ ਹੋ ਗਿਆ? ਤਾਂ ਖਜ਼ਾਨਾ ਮੰਤਰੀ ਨੂੰ ਵੀ ਗਿਣਤੀ ਪਤਾ ਨਹੀਂ ਕਰਨੀ ਨਹੀਂ ਆਉਂਦੀ ਕਿ ਕੀ ਹੈ, ਜਾਂ ਇੱਧਰ ਧਿਆਨ ਨਹੀਂ ਦੇਣਾ ਚਾਹੁੰਦੀ ਸਰਕਾਰ। ਪਤਾ ਨਹੀਂ ਕੀ ਗੱਲ ਹੈ ਵੀ ਐਜੂਕੇਸ਼ਨ ਦੇ ਕਿਉਂ ਦੁਸ਼ਮਣ ਬਣੇ ਹੋਏ ਨੇ ਸਟੇਟਸ। ਹਾਲਾਤ ਤਾਂ ਪਹਿਲਾਂ ਹੀ ਪੰਜਾਬ 'ਚ ਇੰਨੇ ਮਾੜੇ ਆ ਕਿ 1150 ਦੇ ਲਗਭਗ ਪੰਜਾਬ ਦੇ ਵਿੱਚ ਪ੍ਰੋਫੈਸਰ ਹੈ ਸਰਕਾਰੀ ਕਾਲਜਾਂ 'ਚ, ਤੇ ਅਪਲਾਈ ਕਰ ਰਹੇ ਨੇ 12,500 ਤੋਂ ਪਲੱਸ। ਪਹਿਲਾਂ ਹੀ ਇੰਨੀ ਗਿਣਤੀ ਵੱਧ ਤੋਂ ਸਰਕਾਰਾਂ ਇਹ ਕਰ ਰਹੀਆਂ ਨੇ ਕਿ ਟੈਸਟ ਲੋ ਲੈਵਲ ਦੇ ਪਾ ਰਹੀਆਂ ਕਿ ਆਪੇ ਜੋ ਇਹਨਾਂ ਨੇ ਪ੍ਰੋਫੈਸਰ ਬਣਨਾ ਹੈ ਉਹ ਤੰਗ ਹੋ ਜਾਣ, ਹਾਈ ਕੋਰਟਾਂ ਦੇ ਵਿੱਚ ਧੱਕੇ ਖਾਈ ਜਾਣ। ਦੇਖੋ, ਚਾਹੀਦੇ ਤਾਂ 1873 ਪ੍ਰੋਫੈਸਰ ਤਾਂ ਜਿਹੜੇ ਹੈਗੇ 47 ਕਾਲਜਾਂ 'ਚ ਹੀ ਸੈਂਕਸ਼ਨ ਨੇ। ਇਸ ਤੋਂ ਬਾਅਦ ਜਿਹੜੇ ਸ਼ਹਿਰਾਂ ਤੋਂ ਦੂਰ ਦਰਾਡੇ ਏਰੀਏ 'ਚ ਜਿਹੜੇ ਕਾਲਜ ਕੇਂਦਰ ਦੀ ਸਰਕਾਰ ਨੇ ਖੋਲ੍ਹੇ ਸੀਗੇ, ਕਿ ਕੁਛ ਉਹਨਾਂ ਨੇ ਦਿੱਤਾ ਸੀ, ਬਿਲਡਿੰਗ ਉਹਨਾਂ ਨੇ ਬਣਾਤੀ ਸੀ, ਔਰ ਪ੍ਰੋਫੈਸਰ ਸਰਕਾਰ ਨੇ ਭਰਤੀ ਕਰਨੇ ਸੀ। ਉਹ 2009 ਦੇ ਹੈਗੇ ਹੈ, ਹਜੇ ਤੱਕ ਉਹਨਾਂ 'ਚ ਕੋਈ ਰੈਗੂਲਰ ਪ੍ਰੋਫੈਸਰ ਨਹੀਂ ਭਰਤੀ ਹੋਇਆ। ਆਹੀ ਜਿਹੜੇ ਗੈਸਟ ਫੈਕਲਟੀ ਜਾਂ ਪਾਰਟ ਟਾਈਮ ਇਹੀ ਚੱਲੀ ਜਾ ਰਹੇ ਨੇ। 31 ਕਾਲਜਾਂ ਦੇ ਵਿੱਚ ਤੁਸੀਂ ਜੇ ਮੰਨ ਕੇ ਚਲੋ, ਇੱਕ ਕਾਲਜ 'ਚ ਜੇ 30-35 ਪ੍ਰੋਫੈਸਰ ਵੀ ਹੁਣ ਤਾਂ 1000 ਦੇ ਨੇੜੇ ਉਹ ਪੋਸਟਾਂ ਬਣਦੀਆਂ। ਔਰ ਜਿਹੜੇ ਰੀਜਨਲ ਸੈਂਟਰ ਹੈ ਉਹਨਾਂ 'ਚ ਵੀ ਪੋਸਟਾਂ ਖਾਲੀ ਪਈਆਂ। ਹਰੇਕ ਯੂਨੀਵਰਸਿਟੀ ਦੇ ਕੋਈ 5-5 7 ਰੀਜਨਲ ਸੈਂਟਰ ਹੈਗੇ ਹੈ। ਜਿਹੜੇ
ਤੇ ਯੂਨੀਵਰਸਿਟੀਆਂ ਖੁਦ ਡਿਪਾਰਟਮੈਂਟ ਖਾਲੀ ਪਏ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਂ 45% ਸਟਾਫ ਹੈ, ਤੇ ਇੱਥੇ ਵੀ ਇੰਨਾ ਕੀ ਹੈ ਪਟਿਆਲੇ ਵਾਲੀ 'ਚ, ਤਾਂ ਉੱਥੇ ਕਿਉਂ ਨਹੀਂ ਭਰਤੀ ਹੁੰਦੀ? ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਤੇ ਇਹ ਭਰਨੀਆਂ ਚਾਹੀਦੀਆਂ। ਉਚੇਰੀ ਸਿੱਖਿਆ ਸਾਡੀ ਅਸੀਂ ਭਰਤੀ ਨਹੀਂ ਕਰਦੇ। ਔਰ ਸਾਡੇ ਵਿਰੋਧੀ ਧਿਰ ਆਪਣੇ ਬਾਦਲ ਸਾਹਿਬ ਦੀ ਇੱਕ ਮੈਂ ਰੈਲੀ 'ਚ ਸੁਣ ਰਿਹਾ ਸੀਗਾ, ਉਹ ਕਹਿੰਦੇ ਤੁਹਾਨੂੰ ਬਾਹਰਲੇ ਦੇਸ਼ ਵਾਸਤੇ 10 ਲੱਖ ਰੁਪਈਆ ਦੇਵਾਂਗੇ, ਤੁਸੀਂ ਆਇਲਸ ਕਰੋ ਤੇ ਆਫਰ ਲੈਟਰ ਲਿਆ ਕੇ ਸਾਨੂੰ ਵਿਖਾ ਦਿਓ, ਤੁਹਾਡੇ ਅਕਾਊਂਟ 'ਚ 10 ਲੱਖ ਪਵਾ ਦੇ। ਵੀ ਮਤਲਬ ਇੱਥੇ ਨਹੀਂ ਤੁਹਾਨੂੰ ਭਰਤੀ ਕਰਨ ਦੀ ਲੋੜ, 10 ਲੱਖ ਲਓ ਤੇ ਬਾਹਰ ਜਾਓ। ਸਰਕਾਰਾਂ ਆਪ ਹੀ ਚਾਹੁੰਦੀਆਂ ਕਿ ਪੰਜਾਬ ਦਾ ਨੌਜਵਾਨ ਪੰਜਾਬ ਦੇ ਵਿੱਚੋਂ ਬਾਹਰ ਨਿਕਲ ਜੇ, ਅਸੀਂ ਤਾਂ ਪੈਸੇ ਦੇਣ ਨੂੰ ਵੀ ਤਿਆਰ ਹਾਂ। ਬਿਲਕੁਲ, ਪਹਿਲਾਂ ਤਾਂ ਨੌਜਵਾਨਾਂ ਦਾ, ਪੜ੍ਹੇ ਲਿਖੇ ਬੇਰੁਜ਼ਗਾਰਾਂ ਦਾ ਜਿਹੜਾ ਹੈਗਾ, ਜਿਹਨੂੰ ਆਪਾਂ ਕਹਿੰਦੇ ਨਾ ਕਚੂਮਰ ਕੱਢਿਆ ਗਿਆ ਬੇਰੁਜ਼ਗਾਰੀ 'ਚ ਰੱਖ ਕੇ ਜੀ, ਤੇ ਉਹ ਡਰਦੇ ਹੀ ਭੱਜ ਗਏ ਇੱਥੋਂ ਜੀ ਵੀ ਇੱਥੇ ਤਾਂ ਪੜ੍ਹ ਲਿਖ ਕੇ ਕੀ ਕਰਾਂਗੇ, ਜੌਬ ਨਹੀਂ ਹੈਗੀ। ਹੁਣ ਦੇਖੋ ਪ੍ਰੋਫੈਸਰ ਲੈਵਲ ਦੇ ਜਿਹੜੀ ਤੁਸੀਂ UGC ਨੈਟ ਜਾਂ PhD ਪਾਸ ਬੰਦੇ ਨੇ, ਵਿਦੇਸ਼ 'ਚ ਇਸ ਤਰ੍ਹਾਂ ਦਾ ਕੋਈ ਹੋਵੇ, ਉਹਨਾਂ ਦੇਸ਼ਾਂ ਦੀ ਗੱਲ ਕਰਦਾ ਮੈਂ, ਤਾਂ ਉੱਥੇ ਕੋਈ ਵੀ ਬੇਰੁਜ਼ਗਾਰ ਨਾ ਹੋਵੇ। ਪਰ ਇੱਥੇ 12,400 ਬੰਦਾ ਇੱਥੇ ਅਪੀਅਰ ਹੋਇਆ ਹੈ ਜੀ, ਔਰ ਉਹਨਾਂ 'ਚੋਂ 1158 ਕੁ ਭਰਤੀ ਹੋਣੇ, ਔਰ ਬਾਕੀ ਕੀ ਕਰਨਗੇ? ਉਹਨਾਂ ਵਾਸਤੇ ਸਰਕਾਰ ਦਾ ਕੀ ਪਲਾਨ ਹੈ? ਤਾਂ ਉਹਨਾਂ ਵਾਸਤੇ ਜਿਹੜਾ ਹੈਗਾ ਨਾ, ਹੁਣ ਇਹ ਜਾਗਣ ਦਾ ਵੇਲਾ ਹੈ। ਕੁਛ ਤਾਂ ਜਿਹੜਾ 50% ਤੋਂ ਵੱਧ ਮੈਂ ਕਹੂੰਗਾ ਵੀ ਕਿਸਾਨ ਅੰਦੋਲਨ ਨੇ ਅੱਜ ਸਾਲ ਪੂਰਾ ਹੋ ਗਿਆ ਤੇ ਬਹੁਤ ਜਗਾਤਾ ਹੈਗਾ। ਕੇਂਦਰ ਦੇ ਮਤਲਬ ਕਿ ਪ੍ਰਧਾਨ ਮੰਤਰੀ ਨੂੰ ਵੀ ਝੁਕਣਾ ਪਿਆ। ਉਹੀ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਸੀ ਇਹ ਅੰਦੋਲਨ ਜੀਵੀ ਹੈ, ਤੇ ਉਹਦੀ ਪਾਰਟੀ ਦੇ ਲੋਕ ਕਹਿੰਦੇ ਸੀ ਅੱਤਵਾਦੀ ਹੈ ਤੇ ਫਲਾਨੇ ਹੈ ਤੇ ਹੈ ਪਰਜੀਵੀ ਨੇ ਤੇ ਲੰਗਰ ਦੇ ਸਿਰ ਤੇ ਜਿਉਂਦੇ ਨੇ ਤੇ ਇਹਨਾਂ ਨੂੰ ਫੰਡਿੰਗ ਬਾਹਰੋਂ ਹੁੰਦੀ ਹੈ, ਤੇ ਉਹੀ ਮਾਫੀ ਮੰਗ ਕੇ ਖਹਿੜਾ ਛਡਾ ਕੇ ਗਏ ਹੈ। ਕੈਬਨਿਟ 'ਚ ਪਾਸ ਹੋਇਆ ਤੇ ਹੁਣ ਪਾਰਲੀਮੈਂਟ ਦੇ ਵਿੱਚ ਬਿੱਲ। ਤਾਂ ਪੰਜਾਬ ਲਈ ਵੀ ਇੱਕ ਸ਼ੇਰ ਮੈਂ ਕਹਿਣਾ ਹੈ ਕਿ ਕਹਿ ਦੋ ਅੰਧੇਰੋਂ ਸੇ ਕਹੀਂ और घर बना लें जी, कह दो अंधेरों से कहीं और घर बना लें, मेरे मुल्क में रोशनी का सैलाब आने वाला है। ਤਾਂ ਉਧਰੋਂ ਹੁਣ ਕਿਸਾਨ 29 ਤਰੀਕ ਨੂੰ ਮੁੜ ਆਉਣਗੇ ਜੀ। ਪੰਜਾਬ ਦੇ ਵਿੱਚ ਮੈਂ ਰਾਜੇਵਾਲ ਸਾਹਿਬ, ਝੜੂਨੀ ਸਾਹਿਬ, ਆਪਣੇ ਉਗਰਾਹਾਂ ਸਾਹਿਬ, ਇਹਨਾਂ ਸਾਰਿਆਂ ਨੂੰ ਮਿਲਿਆ ਸੀ। ਇਹਨਾਂ ਨੇ ਕਿਹਾ ਕਾਕਾ ਇੱਕ ਮੋਰਚਾ ਉੱਥੇ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਦੂਜਾ ਮੋਰਚਾ ਜਿਹੜਾ ਪੰਜਾਬ ਦਾ ਹੀ ਨੰਬਰ ਲਾਵਾਂਗੇ ਜੀ। ਹੁਣ ਇਹ ਸਰਕਾਰ ਜਿਹੜੀ ਇਹ ਗਲਤ ਕੰਮ ਕਰ ਬੈਠੀ, ਇਹਨੂੰ ਸੁਧਾਰ ਲਵੇ ਜੀ, ਐਂ ਨਹੀਂ ਵੀ ਸਰਕਾਰ ਸੰਭਾਲ ਲਵੇ। ਪਹਿਲਾਂ ਸੰਭਾਲ ਲੈ ਤਾਓ ਜੀ, ਤੁਹਾਡੀ ਚੇਤਾਵਨੀ ਹੈ ਸਰਕਾਰ ਨੂੰ ਕਿ ਮੌਕਾ ਰਹਿੰਦੇ ਸੰਭਾਲ ਲੈ। ਤਾਂ ਨਹੀਂ ਤਾਂ ਫਿਰ ਇੰਨਾ ਪੜ੍ਹਿਆ ਲਿਖਿਆ ਹੁਣ ਹੋਰ ਕੀ ਕਰ ਸਕਦਾ? ਜਾਂ ਤਾਂ ਮੋਦੀ ਸਾਹਿਬ ਕਹਿੰਦੇ ਜਿਵੇਂ ਪਕੌੜੇ ਵੇਚ ਸਕਦਾ ਹੈ, ਤੇ ਜਾਂ ਫਿਰ ਉਹ ਸਿਸਟਮ ਨੂੰ ਸੁਧਾਰਨ ਵਾਸਤੇ। ਤੇ ਜ਼ਰੂਰੀ ਨਹੀਂ ਵੀ ਇਹ ਜਿਹੜੀਆਂ 3-4 ਪਾਰਟੀਆਂ ਡੋਮੀਨੇਟ ਕਰਨੀਆਂ, ਇਹਨਾਂ ਪਾਰਟੀਆਂ ਦੀ ਹੀ ਸਪੋਰਟ ਕਰਨੀ ਹੈ। ਪਾਰਟੀਆਂ ਹੋਰ ਵੀ ਬਣ ਸਕਦੀਆਂ, ਪਾਰਟੀ ਹੋਰ ਵੀ ਬਣ ਸਕਦੀ ਹੈ। ਇਹ ਤਾਂ ਉਹਨੂੰ ਕਿਸਾਨਾਂ ਨੂੰ ਕਿਹੜਾ ਦਿੱਲੀੋਂ ਆ ਜਾਣ ਦਿਓ, ਉਦੋਂ ਬਾਅਦ 'ਚ ਗੱਲ ਕਰਾਂਗੇ ਵੀ ਕੀ ਬਣਦੀ ਹੈ। ਫਿਰ ਵਿਦਿਆਰਥੀ ਇੱਥੇ ਬੈਚਲਰ ਡਿਗਰੀਆਂ ਕਿਉਂ ਕਰਨ, ਮਾਸਟਰਸ ਕਰਨ, ਫਿਰ MPhil ਕਰਨ, ਫਿਰ PhD ਕਰਨ? ਜਿਹਨੂੰ ਨੌਕਰੀ ਮਿਲਣੀ ਨਹੀਂ ਫਿਰ ਇਹਨਾਂ ਪੜ੍ਹ ਕਿਉਂ ਰਹੇ ਆ? ਰੁਜ਼ਗਾਰ ਕਰ ਲੈਣ, ਕੋਈ ਆਪਦਾ ਕਿੱਤਾ ਤੋਰ ਲੈਣ। ਤੁਸੀਂ B.Ed ਦੀ ਗੱਲ ਕਰ ਲਓ ਜੀ। B.Ed ਜਿਹੜੇ ਟੈਟ ਪਾਸ ਅਧਿਆਪਕ ਨੇ ਜੀ, ਜਦੋਂ ਤੋਂ ਚੰਨੀ ਸਾਹਿਬ ਬਣੇ ਆ ਉਦੋਂ ਤੋਂ ਉਹ ਉੱਥੇ ਬੈਠੇ ਆ ਖਰੜ ਜੀ। ਖਰੜ ਉਹਨਾਂ ਨੂੰ ਕੁੱਟ ਕੇ, ਜੇ ਪੁਲਿਸ ਕੁੱਟ ਕੇ ਭਜਾਵੇ ਗੱਲ ਵੱਖਰੀ ਹੈ, ਪ੍ਰਸ਼ਾਸਨ ਦਾ ਹਿੱਸਾ ਹੈ। ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਪੁਲਿਸ ਕੋਲੇ ਬਹਾਨਾ ਹੈ ਜੀ। ਉੱਥੇ ਵਰਕਰਾਂ ਨੇ ਉਹਨਾਂ ਦਾ ਟੈਂਟ ਪੁੱਟਿਆ, ਫਿਰ ਉਹਨਾਂ ਨੇ ਮੋਰਚਾ ਲਾਇਆ ਜਲੰਧਰ। ਉਹ ਟੈਂਕੀ ਤੇ ਚੜ੍ਹ ਗਏ, ਉੱਥੇ ਜਿਹੜੀ ਜ਼ਿੰਮੇਵਾਰੀ ਸੀਗੀ ਉੱਥੇ ਮੁਲਾਜ਼ਮ ਉਹ ਸੁੱਤੇ ਪਏ ਸੀ ਰਾਤ ਨੂੰ, ਉਹ ਟੈਂਕੀ ਤੇ ਚੜ੍ਹ ਗਏ, ਪ੍ਰਗਟ ਸਿੰਘ ਦੇ ਘਰ ਵੜ ਗਏ। ਪ੍ਰਗਟ ਸਿੰਘ ਦੇ ਮੈਡਮ ਉਹ ਕਹਿੰਦੇ ਮੈਂ ਵੀ ਟੀਚਰ ਹਾਂ, ਉਹਨਾਂ ਨੇ ਉਹਨਾਂ ਨੂੰ ਦੀਵਾਲੀ ਵੇਲੇ ਚਾਹ ਪਾਣੀ ਪਿਲਾਇਆ ਔਰ ਕਿਹਾ ਜੇ ਵੀ ਪੋਸਟਾਂ ਨਹੀਂ ਕੱਢਣਗੇ ਪ੍ਰਗਟ ਸਿੰਘ ਤਾਂ ਮੈਂ ਉਹਨਾਂ ਨੂੰ ਰੋਟੀ ਨਹੀਂ ਦੇਵਾਂਗੀ। ਪਰ ਹੁਣ ਉੱਥੇ ਰੋਜ਼ ਪੁਲਿਸ ਨਾਲ ਝੜਪ ਹੁੰਦੀ ਹੈ ਡੇਲੀ, ਕੋਈ ਉਹਨਾਂ ਵਾਸਤੇ ਕਿਸੇ ਪਾਰਟੀ ਨੇ ਬਿਆਨ ਨਹੀਂ ਦਿੱਤਾ। ਇੱਕ ਅਧਿਆਪਕ ਦੀ ਤਾਂ ਮੌਤ ਹੀ ਹੋ ਗਈ ਡੇਂਗੂ ਨਾਲ, ਉਹ ਤਾਂ ਟੈਂਕੀ ਤੇ ਬੈਠੇ ਸੀ। ਬਿਲਕੁਲ ਮੌਤ ਹੋ ਗਈ, ਉਹਦੀ ਲਾਸ਼ ਗਈ ਹੈ ਘਰਾਂ ਨੂੰ। ਔਰ ਇਹ ਪ੍ਰੋਫੈਸਰਾਂ ਦੀ ਭਰਤੀ ਵਾਸਤੇ ਅਸੀਂ ਤਾਂ ਪਿੱਟ ਕੇ ਮਰ ਗਏ ਵਿਰੋਧੀ ਧਿਰਾਂ ਕੋਲੇ ਜਾ ਕੇ। ਨਾ ਤਾਂ ਆਮ ਆਦਮੀ ਪਾਰਟੀ ਨੇ ਆਵਾਜ਼ ਉਠਾਈ, ਨਾ ਅਕਾਲੀ ਦਲ ਨੇ ਆਵਾਜ਼ ਉਠਾਈ, ਨਾ ਕਿਸੇ ਹੋਰ ਪਾਰਟੀ ਨੇ ਆਵਾਜ਼ ਉਠਾਈ, ਅਸੀਂ ਤਾਂ ਆਪ ਹੀ ਉਠਾਈ ਜੀ। ਔਰ ਤੁਸੀਂ ਉਠਾਈ ਜੀ। ਅਸੀਂ ਬੋਲੇ, ਤੁਸੀਂ ਪੂਰੀ ਦੁਨੀਆ ਨੂੰ ਵਿਖਾਇਆ, ਸਰਕਾਰ ਤੇ ਦਬਾਅ ਪਿਆ, ਪੋਸਟਾਂ ਆਈਆਂ। ਪਰ ਹੁਣ ਇਹ ਸਰਕਾਰ ਜਿਹੜੀ ਲੁੱਟ-ਕੁੱਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜਿਵੇਂ ਮੈਂ ਸ਼ੇਅਰ ਕਿਹਾ ਕਿ ਹਨੇਰੇ ਦੇ ਜਿਹੜੇ ਵਪਾਰੀ ਹੈ ਨਾ ਹੁਣ ਪੰਜਾਬ ਤੋਂ ਬਾਹਰ ਚਲੇ ਜਾਣ, ਇੱਥੇ ਤਾਂ ਚਾਨਣ ਦਾ ਸਲਾਬ ਆਉਣ ਵਾਲਾ ਹੈ। ਇਹ ਹੁਣ ਪਿੰਡਾਂ ਦੇ ਵਿੱਚ ਉਤਰਿਆ ਜਾਊਗਾ ਜੇ ਸਰਕਾਰ ਆਪਦੀ ਨਹੀਂ ਇਹ ਸੰਭਾਲਦੀ ਮੌਕਾ ਤਾਂ। ਔਰ ਜ਼ਰੂਰੀ ਨਹੀਂ ਵੀ ਇਹਨਾਂ ਨੂੰ ਕਿਤੇ ਐਂ ਹੋਊਗਾ ਵੀ ਚਲੋ ਕਾਂਗਰਸ ਨੂੰ ਵੋਟ ਨਹੀਂ ਪਾਉਣਗੇ ਤਾਂ ਅਕਾਲੀ ਦਲ ਨੂੰ ਪਾ ਦੇਣਗੇ, ਅਕਾਲੀ ਨੂੰ ਤਾਂ ਝਾੜੂ ਵਾਲਿਆਂ ਨੂੰ ਪਾ ਦੇਣਗੇ। ਨਹੀਂ,
ਅਰਵਿੰਦ ਕੇਜਰੀਵਾਲ ਹੋਰ ਕੁਛ ਨਹੀਂ ਹੋ 29 ਨਵੰਬਰ ਨੂੰ ਆ ਰਹੇ ਨੇ ਪੰਜਾਬ 'ਚ ਟੀਚਰਾਂ ਦੇ ਧਰਨੇ 'ਚ ਸ਼ਾਮਲ ਹੋਣ ਦੇ ਲਈ। ਕਿ ਉਹ ਰਾਜਨੀਤੀ ਕਰ ਰਹੇ ਨੇ ਕਿ ਵਾਕਈ ਹੁਣ ਲੱਗਦਾ ਸਮੱਸਿਆਵਾਂ ਹੱਲ ਹੋਣਗੀਆਂ? ਮੈਨੂੰ ਤਾਂ ਟੋਟਲੀ ਰਾਜਨੀਤੀ ਲੱਗਦੀ ਹੈ। ਜਦੋਂ ਪਹਿਲੇ ਦਿਨ ਆ ਕੇ ਉਹਨਾਂ ਨੇ ਸਿੱਖਿਆ ਤੇ ਸਿਹਤ ਦੀ ਤੇ ਸਭ ਤੋਂ ਪਹਿਲਾਂ ਰੁਜ਼ਗਾਰ ਦੇਣ ਦੀ ਗੱਲ ਕਰਨੀ ਸੀ। ਆਉਂਦਿਆਂ ਸਾਰ ਉਹਨਾਂ ਨੇ ਅਸੀਂ ਤੁਹਾਨੂੰ ਬਿਜਲੀ ਫਰੀ ਕਰ ਦਾਂਗੇ, ਆਹ ਫਰੀ ਕਰ ਦਾਂਗੇ, ਫਲਾਨਾ। ਦੇਖੋ, ਕੇਜਰੀਵਾਲ ਸਾਹਿਬ ਦਾ ਜਿਹੜਾ ਪੰਜਾਬ ਦਾ ਇੰਚਾਰਜ ਲਾਇਆ ਹੋਇਆ ਜਰਨੈਲ ਸਿੰਘ ਜੀ, ਉਹਦੇ ਉੱਪਰ ਇੱਕ ਹੋਰ ਇੰਚਾਰਜ ਲਾਇਆ ਜਿਹੜਾ ਕਿ ਨਾ ਲੋਕਾਂ ਨੂੰ ਪਤਾ ਨਾ ਮੀਡੀਆ ਨੂੰ ਪਤਾ ਹੈ ਜੀ। ਉਹਦਾ ਨਾਮ ਹੈਗਾ ਦੀਪਕ ਚੌਹਾਨ। ਜੀ, ਉਹਦੇ ਨਾਲ ਵੀ ਮੇਰੀ ਗੱਲ ਹੋਈ। ਠੀਕ ਹੈ ਜੀ। ਕੁਲਤਾਰ ਸਿੰਘ ਸੰਧਵਾਂ MLA ਕੋਟਕਪੂਰਾ, ਉਹਦੇ ਨਾਲ ਵੀ ਗੱਲ ਹੋਈ। ਜੀ, ਗਗਨ ਅਨਮੋਲ ਮਾਨ, ਜੀ, ਉਹਨਾਂ ਨਾਲ ਵੀ ਗੱਲ ਹੋਈ। ਪੂਰੇ ਡਾਟੇ ਦਿੱਤੇ। ਔਰ ਸਾਡਾ ਜਿਹੜਾ ਮੰਚ ਹੈ, ਘੱਟੋ ਘੱਟ 15-17 ਜਿਹੜੇ ਇਹਨਾਂ ਦੇ ਨੇਤਾ ਨੇ, ਚਾਹੇ ਉਹ MLAs ਨੇ, ਚਾਹੇ ਉਹ ਵੱਡੇ ਨੇਤਾ ਨੇ, ਜਾਂ ਅਮਨ ਅਰੋੜਾ ਜੀ ਹੋ ਗਏ, ਹਰਪਾਲ ਚੀਮਾ ਜੀ ਹੋ ਗਏ, ਜਾਂ ਬੀਬੀ ਜੀ ਆਪਣੇ ਤਲਵੰਡੀ ਸਾਬੋ ਵਾਲੇ, ਇਹ ਹੋ ਗਏ, ਸਾਰਿਆਂ ਕੋਲੇ ਗਏ। ਕਿਸੇ ਦਾ ਇੰਨਾ ਹੀ ਨਹੀਂ ਸਰਿਆ ਕਿ ਮੀਡੀਆ ਦੇ ਸਾਹਮਣੇ ਬਿਆਨ ਹੀ ਦੇ ਦਈਏ ਵੀ ਹਾਇਰ ਐਜੂਕੇਸ਼ਨ ਦਾ ਮਾੜਾ ਹਾਲ ਹੈ, ਵੀ ਇਹਨੂੰ ਸੁਧਾਰਿਆ ਜਾਵੇ। ਅਕਾਲੀ ਦਲ ਤਾਂ ਉਹ ਤਾਂ ਕਹਿੰਦੇ ਵੀ 15 ਸਾਲ ਅਸੀਂ ਵੀ ਰਾਜ ਕੀਤਾ, ਅਸੀਂ ਕੀ ਬੋਲਣਾ ਹੈ। ਸੋ ਜੇ ਇਹ ਵਿਰੋਧੀ ਧਿਰਾਂ ਆਪਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਜਾਂ ਨਹੀਂ ਨਿਭਾ ਸਕੀਆਂ ਤਾਂ ਇਹਨਾਂ ਨੂੰ ਵੀ ਸੱਤਾ 'ਚ ਆਉਣ ਦਾ ਕੋਈ ਹੱਕ ਨਹੀਂ। ਤੇ ਜਿਨ੍ਹਾਂ ਨੇ ਵਿਰੋਧੀ ਧਿਰ ਦੀ ਭੂਮਿਕਾ ਕਿਹਨੇ ਨਿਭਾਈ? ਮੀਡੀਆ ਨੇ ਨਿਭਾਈ ਜਾਂ ਹੋਰ ਲੋਕਾਂ ਨੇ ਨਿਭਾਈ, ਜਾਂ ਅਸੀਂ ਸਾਡੀ ਜਿਹੜੀ ਮੰਗ ਹੈ ਸਾਨੂੰ ਆਪ ਨੂੰ ਉਠਾਉਣੀ ਪਈ ਕਿਸੇ ਪਾਰਟੀ ਨੇ। ਤੇ ਫਿਰ ਵੋਟਾਂ ਵੇਲੇ ਅਸੀਂ ਇਹਨਾਂ ਦੇ ਮਗਰ ਥੋੜ੍ਹਾ ਹੀ ਲੱਗਾਂਗੇ। ਤੇ ਫਿਰ ਸਾਨੂੰ ਆਪ ਨੂੰ ਨਹੀਂ, ਪੜ੍ਹੇ ਲਿਖੇ ਬੰਦੇ ਆ, ਨਗਰ ਤੁਰਾਂਗੇ ਇਹਨਾਂ ਦੇ, ਅਸੀਂ ਮਗਰ ਨਹੀਂ ਜਾਵਾਂਗੇ। ਸਗੋਂ ਇਹ ਸਾਡੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਇਹੀ ਅਧਿਆਪਕ ਸੀ ਤੇ ਇਹੀ ਟੈਂਕੀਆਂ ਦੀ ਸਰਕਾਰ ਦੀਆਂ ਇਹੀ ਡਾਂਗਾਂ ਸੀ। ਹੁਣ ਕਾਂਗਰਸ ਦੀ ਸਰਕਾਰ ਆ ਗਈ, ਉਹੀ ਅਧਿਆਪਕਾਂ, ਉਹੀ ਟੈਂਕੀਆਂ ਤੇ ਉਹੀ ਡਾਂਗਾਂ। ਜੇ ਕੱਲ੍ਹ ਨੂੰ ਆਮ ਆਦਮੀ ਪਾਰਟੀ ਸਰਕਾਰ ਹੈ ਕਿ ਫਿਰ ਵੀ ਇਹੀ ਡਾਂਗਾਂ ਰਹਿਣਗੀਆਂ ਤੇ ਇਹੀ ਟੈਂਕੀਆਂ ਰਹਿਣਗੀਆਂ ਕਿ ਹਾਲਾਤ ਬਦਲਣਗੇ? ਦੇਖੋ, ਜਿਹੜੀ ਇੰਟਿਊਸ਼ਨ ਲੱਗਦੀ ਪਈ ਹੈ, ਜਿਹੜੀ ਵਿਰੋਧੀ ਧਿਰ ਸੱਤਾ 'ਚ ਆਉਣ ਤੋਂ ਪਹਿਲਾਂ ਹੀ ਨਹੀਂ ਗੱਲ ਸੁਣਦੀ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਕਈਆਂ ਨੂੰ ਕਿਹਾ, ਪਰ ਸਾਡੇ ਹੱਕ 'ਚ ਕਿਸੇ ਨੇ ਬਿਆਨ ਹੀ ਨਹੀਂ ਦਿੱਤਾ। ਤੇ ਹੁਣ ਕੇਜਰੀਵਾਲ ਕੱਲ੍ਹ ਉੱਥੇ ਅਧਿਆਪਕਾਂ ਦੇ ਵਿੱਚ ਆਉਣ ਦਾ ਡਰਾਮਾ ਕਰ ਰਹੇ ਨੇ। ਇਹ ਡਰਾਮਾ ਹੈ। ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਹੁਣ ਮਤਲਬ ਕਿ ਐਂ ਤਾਂ ਉੱਲੂ ਨਹੀਂ ਬਣਾ ਸਕਦੀਆਂ ਪੋਲੀਟੀਕਲ ਪਾਰਟੀਆਂ। ਔਰ ਇਹਨਾਂ ਨੂੰ ਜਿਹੜੇ ਸਵਾਲ, ਹਾਂ ਇਹਨਾਂ ਨੇ ਮਾੜੇ ਸਵਾਲ ਜ਼ਰੂਰ ਪੁੱਛੇ ਹੈ, ਪਰ ਜਦੋਂ ਇਹ ਪਿੰਡਾਂ 'ਚ ਆਉਣਗੇ ਇਹਨਾਂ ਨੂੰ ਅਸੀਂ ਬੜੇ ਚੰਗੇ ਚੰਗੇ ਸਵਾਲ ਪੁੱਛਾਂਗੇ। ਪੂਰੇ ਅਸੀਂ ਇਕੱਠੇ ਹੋ ਕੇ ਹਰੇਕ ਪਿੰਡ ਦੇ ਵਿੱਚ ਅਸੀਂ ਜਿਹੜੇ ਹੈਗੇ ਡਿਊਟੀ ਲਾਵਾਂਗੇ। ਆਮ ਜਨਤਾ ਵੀ ਸਾਡੇ ਨਾਲ ਹੈਗੀ ਹੈ, ਐਡੀ ਕੋਈ ਗੱਲ ਨਹੀਂ। ਪਿੰਡ 'ਚ ਜਦੋਂ ਦੱਸਾਂਗੇ ਜਾ ਕੇ ਤਾਂ ਕੋਈ ਤਾਂ ਸੈਂਸਿਟਿਵ 100 ਬੰਦਾ ਹੋਊਗਾ ਹੀ, 100 ਬੰਦਾ ਗਾਂ 1000 ਨੂੰ ਦੱਸੂਗਾ। ਔਰ ਸਵਾਲ ਹੈ ਹਾਂ ਬੜੇ ਆਰਾਮ ਨਾਲ ਪੁੱਛਾਂਗੇ, ਕੁਰਸੀ ਤੇ ਬਿਠਾ ਕੇ ਚਾਹ ਪਾਣੀ ਪਿਆ ਕੇ ਵੀ ਤੁਸੀਂ ਕੀ ਕੀਤਾ। ਉਹੀ ਸਮੱਸਿਆਵਾਂ ਅੱਜ ਤੋਂ 5-10 ਸਾਲ ਪਹਿਲਾਂ ਸੀ, ਉਹੀ ਹੁਣ ਨੇ। ਔਰ ਚੰਨੀ ਸਾਹਿਬ ਇੱਕ ਬਿਆਨ ਦਿੰਦੇ ਆ, ਉਹਦੇ ਖਿਲਾਫ ਸਿੱਧੂ ਸਾਹਿਬ ਬਿਆਨ ਦਿੰਦੇ ਆ। ਦੇਖੋ, ਇੱਕ ਹੀ ਪਾਰਟੀ ਦਾ ਪ੍ਰਧਾਨ ਤੇ ਮੁੱਖ ਮੰਤਰੀ ਅੱਡੋ ਅੱਡ ਬੋਲ ਰਹੇ ਆ, ਉਹਨਾਂ ਦਾ ਹੀ ਹਜੇ ਰਾਜੀਨਾਮਾ ਨਹੀਂ ਹੋਇਆ। ਤਾਂ ਉਹ ਦੇਖੋ ਸਾਡੇ ਵੱਲ ਪਤਾ ਨਹੀਂ ਕਦੋਂ ਆਪਦੀ ਠੰਡੀ ਨਿਗਾਹ ਮਾਰਨਗੇ ਤੇ ਲਾਹੇਵੰਦ ਕਰਨਗੇ। ਤਾਂ ਇਹ ਕੁਝ ਕਿਹਾ ਨਹੀਂ ਜਾ ਸਕਦਾ, ਪਰ ਕੰਮ ਇਹਨਾਂ ਨੂੰ ਕਰਨੇ ਪੈਣੇ ਆ। ਤੇ ਨਹੀਂ ਤਾਂ ਫਿਰ ਇਹਨਾਂ ਨੂੰ ਨਾ ਸੜਕਾਂ ਦੇ ਉੱਤੋਂ ਲੰਘਣਾ ਮੁਸ਼ਕਲ ਹੋ ਜਾਣਾ। ਤੁਸੀਂ ਸੁਣਿਆ ਕਿਵੇਂ ਪੰਜਾਬ ਦੇ ਵਿੱਚ 25 ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰੀ ਕਾਲਜਾਂ ਦੇ ਵਿੱਚ ਭਰਤੀ ਨਹੀਂ ਹੋਈ। ਜੇਕਰ ਭਰਤੀ ਲਈ ਇਮਤਿਹਾਨ ਹੁੰਦਾ ਹੈ ਤਾਂ ਇਮਤਿਹਾਨ ਦੇ ਵਿੱਚ ਸਵਾਲ ਹੀ 10ਵੀਂ ਲੈਵਲ ਦੇ ਜਾਂ 12ਵੀਂ ਲੈਵਲ ਦੇ ਕੀਤੇ ਜਾਂਦੇ ਨੇ। ਤਾਂ ਲੱਗਦਾ ਹੈ ਸਰਕਾਰ ਦੀ ਮੰਚ ਹੈ ਜਿੱਥੇ 25 ਸਾਲ ਟੱਪ ਗਏ ਤਾਂ ਸਾਡੇ ਵੀ ਹੁਣ ਕਾਂਗਰਸ ਸਰਕਾਰ ਦੇ 3 ਮਹੀਨੇ ਹੋਰ ਟੱਪ ਜਾਣ। ਤੇ ਵੇਖਦੇ ਹਾਂ ਕਿ ਹੁਣ ਇਹਨਾਂ ਅਧਿਆਪਕਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ ਜਾਂ ਪਹਿਲਾਂ ਵਾਂਗ ਹੀ ਵਿਚਾਰੇ ਇਹ ਟੈਂਕੀਆਂ ਦੇ ਉੱਪਰ ਧੱਕੇ ਖਾਂਦੇ ਰਹਿਣਗੇ। ਅਜਿਹੀਆਂ ਹੋਰ ਖਬਰਾਂ ਅਤੇ ਹੋਰ ਰਿਪੋਰਟਾਂ ਦੇਖਣ ਦੇ ਲਈ ਜੋ ਸਰਕਾਰ ਦੇ ਉੱਪਰ ਸਵਾਲ ਖੜੇ ਕਰ ਰਹੀਆਂ, ਸਾਡੇ ਨਾਲ ਜੁੜੇ ਰਹੋ RMB ਟੈਲੀਵਿਜ਼ਨ ਦੇ ਉੱਤੇ। ਧੰਨਵਾਦ।